ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਪਿਛਲੇ ਕੁਝ ਲੈਕਚਰਾਂ ਦੇ ਵਿੱਚ ਸਬ ਗਰੁੱਪ ਟੌਪਿਕ ਕਰ ਰਹੇ ਹਾਂ ਤੇ ਪਿਛਲੇ ਲੈਕਚਰ ਦੇ ਵਿੱਚ ਆਪਾਂ ਇਹਦੇ ਉੱਪਰ ਬੇਸਡ ਥਿਊਰਮਾਂ ਕਰੀਆਂ ਸੀ ਤੇ ਅੱਜ ਆਪਾਂ ਦੋ ਥਿਊਰਮਾਂ ਹੋਰ ਕਰਵਾਉਣੀਆਂ ਉਹ ਕਰਨੀਆਂ ਹਨ ਤੇ ਥਿਊਰਮ ਦੀ ਸਟੇਟਮੈਂਟ ਕੀ ਹੈ ਮੈਂ ਪੜ੍ਹ ਰਿਹਾ, ਤੁਸੀਂ ਵੀ ਦੇਖ ਲਓ। ਇਹ ਹੈਗੀ ਆ ਨॉन एम्प्टी finite subset H of a group is a subgroup of G if and only if AB belongs to H for all AB belongs to H। ਸੋ ਦੇਖੋ ਧਿਆਨ ਨਾਲ, ਪਹਿਲਾਂ ਲਾਸਟ ਟਾਈਮ ਥਿਊਰਮ ਕੀ ਕਰੀ ਸੀ ਆਪਾਂ ਨੇ, ਉਹ ਚ ਕਰਿਆ ਸੀਗਾ ਕਿ H ਜਿਹੜਾ ਹੈਗਾ ਉਹ ਸਬ ਗਰੁੱਪ ਆਫ G ਤਾਂ ਹੋਊਗਾ ਜੇ if and only if H non-empty ਹੋਵੇ, H subset of G ਹੋਵੇ ਅਤੇ ਕੀਤਾ ਸੀ ਆਪਾਂ ਨੇ ਕਿ AB inverse H ਵਿੱਚ ਆਵੇ for all AB belongs to H। ਇਹ ਆਪਾਂ ਨੇ ਲਾਸਟ ਟਾਈਮ ਕੀਤਾ ਸੀਗਾ। ਹੁਣ ਜਿਹੜੀ ਆਪਾਂ ਥਿਊਰਮ ਹੁਣ ਕਰਨੀ ਹੈ ਉਹ ਥਿਊਰਮ ਦੀ ਸਟੇਟਮੈਂਟ ਕੀ ਹੈਗੀ ਆ ਕਿ H ਸਬ ਗਰੁੱਪ ਆਫ G ਤਾਂ ਹੋਊਗਾ if and only if non empty ਆ ਅਤੇ H subset of G ਆ। ਇਹਦੇ ਚ ਕੱਲੀ ਕਲੋਜ਼ਰ ਪ੍ਰੋਪਰਟੀ ਆ AB belongs to H for all AB belongs to H। ਇਹ ਆਪਾਂ ਨੇ ਪ੍ਰੂਵ ਕਰਨੀ ਹੈਗੀ ਪ੍ਰੋਪਰਟੀ ਕਿ H ਸਬ ਗਰੁੱਪ ਆਫ G ਤਾਂ ਹੋਊਗਾ if and only if H non empty subset ਆ, नॉन एम्प्टी आ, सबसेट ऑफ G हैगा ते AB belongs to H आ for all AB belongs to H। ਇਹ ਪ੍ਰੋਪਰਟੀ ਹੋਰ ਆ ਤੇ ਇਹ ਪ੍ਰੋਪਰਟੀ ਹੋਰ ਆ। ਹੁਣ ਫਰਕ ਕੀ ਹੈਗਾ ਕਿ ਇਹ ਵਾਲੀ ਪ੍ਰੋਪਰਟੀ ਜਿਹੜੀ ਹੈਗੀ ਆ ਹਰੇਕ ਨੂੰ ਸਬ ਗਰੁੱਪ ਨਹੀਂ ਸ਼ੋ ਕਰੇਗੀ। ਉਹ ਸਟੇਟਮੈਂਟ ਧਿਆਨ ਨਾਲ ਦੇਖ ਲਿਓ। ਜਿਹੜੀ ਇਹ ਵਾਲੀ ਪ੍ਰੋਪਰਟੀ ਹੈਗੀ ਆ ਇਹ ਤਾਂ ਅਪਲਾਈ ਹੋਗੀ, ਸਟੇਟਮੈਂਟ ਦਿੱਤਾ ਹੋਇਆ ਆਪਾਂ ਨੂੰ ਕਿ H ਜਿਹੜਾ ਹੈਗਾ ਆਪਣੇ ਕੋਲ ਉਹ is finite। ਇਸ ਕਰਕੇ ਇਹ ਹੈ ਤਾਂ ਇੰਪੋਰਟੈਂਟ ਪਰ ਇਹ ਸਾਰਿਆਂ ਵਾਸਤੇ ਐਪਲੀਕੇਬਲ ਨਹੀਂ ਹੈਗੀ ਕਿ ਜੇ ਕੱਲੀ ਇੱਕ ਪ੍ਰੋਪਰਟੀ ਆਹ ਵਾਲੀ ਹੋਵੇ ਨॉन ਐਮਪਟੀ ਸਬਸੈਟ ਤਾਂ ਹੈਗਾ, ਜੇ ਕੱਲੀ ਇੱਕ ਆਹ ਪ੍ਰੋਪਰਟੀ ਹੋਵੇ ਤਾਂ ਆਪਾਂ ਕਹਾਂਗੇ ਸਬ ਗਰੁੱਪ। ਇਹ ਸਾਰਿਆਂ ਵਾਸਤੇ ਨਹੀਂ ਕਹਿ ਸਕਦੇ ਹੈਗੇ ਆਪਾਂ, ਇਹ ਸਿਰਫ ਕੱਲਾ ਫਾਈਨਾਈਟ ਵਾਸਤੇ ਆ। ਇਸ ਕਰਕੇ ਹੈ ਇੰਪੋਰਟੈਂਟ ਆ ਪਰ ਇਹ ਓਨੀ ਇੰਪੋਰਟੈਂਟ ਨਹੀਂ ਹੈਗੀ ਜਿੰਨੀ ਇੰਪੋਰਟੈਂਟ ਆਹ ਵਾਲੀ ਆ ਥਿਊਰਮ, ਕਿਉਂਕਿ ਇਹ ਸਾਰਿਆਂ ਵਾਸਤੇ ਆ, ਚਾਹੇ ਫਾਈਨਾਈਟ ਹੋਵੇ ਚਾਹੇ ਇਨਫਾਈਨਾਈਟ। ਆਪਾਂ ਕਿੱਥੇ ਥਿਊਰਮ ਇਹ ਸਟੇਟਮੈਂਟ ਕੁਝ ਮੈਂਸ਼ਨ ਨਹੀਂ ਸੀ ਨਾਲ, ਕੱਲਾ ਸਬ ਗਰੁੱਪ ਦਿੱਤਾ। ਇਹ ਸਾਰਿਆਂ ਵਾਸਤੇ ਆ ਕਿ AB ਬਿਲੋਂਗਸ ਟੂ, ਯੂਜ਼ ਤਾਂ ਮੋਸਟਲੀ ਆਪਾਂ ਆਹੀ ਕਰਾਂਗੇ ਪਰ ਇਹ ਵੀ ਗੱਲ ਆਪਾਂ ਧਿਆਨ ਰੱਖਣੀ ਆ ਜੇ H ਫਾਈਨਾਈਟ ਹੋਵੇ, ਫਾਈਨਾਈਟ ਸੈੱਟ ਨੂੰ ਆਪਾਂ ਇਹ ਸਬ ਗਰੁੱਪ ਸ਼ੋ ਕਰਨਾ ਹੈਗਾ, ਧਿਆਨ ਰੱਖਣਾ। G ਜੋ ਮਰਜ਼ੀ ਹੋਵੇ, G ਨੂੰ ਨਹੀਂ ਕਹਿ ਰਹੇ, ਗਰੁੱਪ ਨੂੰ ਫਾਈਨਾਈਟ ਨਹੀਂ ਕਹਿ ਰਹੇ ਆਪਾਂ। ਜਿਹੜੇ ਸੈੱਟ ਨੂੰ ਆਪਾਂ ਸਬ ਗਰੁੱਪ ਸ਼ੋ ਕਰਨਾ ਜੇ ਉਹ ਸੈੱਟ ਫਾਈਨਾਈਟ ਆ ਅਤੇ ਨॉन ਐਮਪਟੀ ਤੇ ਸਬਸੈਟ ਤੇ ਹੈਗਾ ਹੀ ਆ, ਕੱਲੀ ਸਿਰਫ ਇੱਕ ਕਲੋਜ਼ਰ ਪ੍ਰੋਪਰਟੀ ਸੈਟੀਸਫਾਈ ਹੋ ਰਹੀ ਹੋਵੇ ਤਾਂ ਆਪਾਂ ਕਹਾਂਗੇ ਕਿ ਉਹ ਸਬ ਗਰੁੱਪ ਹੋਏਗਾ। ਇਫ ਐਂਡ ਓਨਲੀ ਫਸਟ ਸਟੇਟਮੈਂਟ ਦੇ ਵਿੱਚ ਇਫ ਐਂਡ ਓਨਲੀ ਫਰ ਜੇ ਸਬ ਗਰੁੱਪ ਆ ਦੋਨੇ ਗੱਲਾਂ ਸ਼ੋ ਕਰਨੀਆਂ ਨੇ, ਜੇ ਆਹ ਗੱਲਾਂ ਨੇ ਤਾਂ ਇਹਨੂੰ ਆਪਾਂ ਸਬ ਗਰੁੱਪ ਸ਼ੋ ਕਰਨਾ। ਇਹ ਥਿਊਰਮ ਕਰਨੀ ਹੈਗੀ ਆਪਾਂ ਨੇ, ਇਹ ਕਾਫੀ ਇੰਪੋਰਟੈਂਟ ਹੈ ਜੀ। ਇਹਦੇ ਵਿੱਚ ਇੱਕ ਪੁਰਾਣਾ ਕਨਸੈਪਟ ਆਊਗਾ, ਆਪਾਂ ਦੇਖਾਂਗੇ ਕਿਹੜਾ ਆਊਗਾ, ਦੇਖਦੇ ਹਾਂ ਫਿਰ ਆਪਾਂ ਤੇ ਪ੍ਰੂਫ ਸਟਾਰਟ ਕਰ ਰਹੇ ਹਾਂ ਆਪਾਂ। ਪਹਿਲਾਂ ਕਰ ਰਹੇ ਹੈਗੇ ਆਪਾਂ, ਇਹ ਵੀ ਰੱਬ ਕਰ ਲੈਂਦੇ। ਸਭ ਤੋਂ ਪਹਿਲਾਂ ਕਰ ਰਹੇ ਆਪਾਂ ਓਨਲੀ ਇਫ ਪਾਰਟ। ਓਨਲੀ ਇਫ ਪਾਰਟ ਇਹ ਲਿਖ ਲਿਆ, ਗਿਵਨ ਕੀ ਆ, ਪ੍ਰੂਵ ਕੀ ਕਰਨਾ ਹੈਗਾ। ਵੀ ਆਰ ਗਿਵਨ that ਦਿੱਤਾ ਹੋਇਆ ਆਪਾਂ ਨੂੰ H ਨॉन ਐਮਪਟੀ ਆ, H ਸਬਸੈਟ ਆਫ G ਦਿੱਤਾ ਹੋਇਆ ਜੀ, and H is a subgroup of G
ਇਹ सबसैट ਦੇ सब ग्रुप ध्यान रखना। सबसैट ਦਾ साइन C वांगू हुंदा ते सब ग्रुप ਦਾ ਲੈਸ ਦੈਨ ਵਾਸਤੇ ਹੁੰਦਾ। ਦਿੱਤਾ ਹੈ ਆਪਾਂ ਨੂੰ ਤੇ ਪ੍ਰੂਵ ਕੀ ਕਰਨਾ ਆਪਾਂ ਨੇ, we are to prove that ਆਪਾਂ ਪ੍ਰੂਵ ਕਰਨਾ ਹੈ कि AB belongs to H for all AB belongs to H। ਤੇ also ਇਹ ਤਾਂ ਆਪਾਂ ਨੂੰ given ਹੀ ਹੈ कि H ਕੀ ਹੈਗਾ, H is finite। ਇਹ ਤਾਂ ਦਿੱਤਾ ਹੀ ਹੋਇਆ ਆਪਾਂ ਨੂੰ। ਇਹਦਾ ਪ੍ਰੂਫ ਜੇ ਪਿੱਛੇ ਥਿਊਰਮਾਂ ਕੀਤੀਆਂ ਹੋਣ ਤਾਂ ਪ੍ਰੂਫ ਬਹੁਤ ਸੌਖਾ ਹੈਗਾ। ਪ੍ਰੂਫ ਸੌਖਾ ਕਿਵੇਂ ਆ, ਸਿੰਸ ਆਪਾਂ ਨੂੰ given ਹੈਗਾ कि H is sub group of G। सब ग्रुप ਦੀ ਆਪਾਂ ਤਿੰਨ ਡੈਫੀਨੇਸ਼ਨ ਕੀਤੀਆਂ ਨੇ। ਸਭ ਤੋਂ ਪਹਿਲੀ ਡੈਫੀਨੇਸ਼ਨ ਹੈਗੀ ਆ ਆਪਣੇ ਕੋਲ ਕਿ H ਜਿਹੜਾ ਹੈਗਾ H is itself a group। ਇਹ ਖੁਦ ਆਪ ਗਰੁੱਪ ਹੋਊਗਾ। ਜੇ ਖੁਦ ਆਪ ਗਰੁੱਪ ਹੋਊਗਾ therefore AB belongs to H for all AB belongs to H। ਇਹ ਸੈਟੀਸਫਾਈ ਕਰੂ ਪ੍ਰੋਪਰਟੀ। ਕਿਉਂ, ਜੇ ਖੁਦ ਆਪ ਗਰੁੱਪ ਆ ਤਾਂ ਕਲੋਜ਼ਰ ਪ੍ਰੋਪਰਟੀ ਪੱਕਾ ਹੋਲਡ ਕਰੇਗੀ। ਇਹ ਕੀ ਆ, ਬਿਕॉज ਕਲੋਜ਼ਰ ਪ੍ਰੋਪਰਟੀ ਹੋਲਡਸ। ਜਿਹੜੀ ਕਲੋਜ਼ਰ ਪ੍ਰੋਪਰਟੀ ਹੈਗੀ ਆ ਇਹ ਹੋਲਡ ਕਰ ਰਹੀ ਹੈ ਇਹਦੇ ਵਿੱਚ। ਤੇ ਇਹਦਾ ਸੌਖਾ ਹੀ ਪ੍ਰੂਫ ਸੀਗਾ। ਹੁਣ ਕਰ ਰਹੇ ਆ ਆਪਾਂ ਇਸ ਤੋਂ ਬਾਅਦ ਇਫ ਪਾਰਟ ਪ੍ਰੂਵ ਕਰਨਾ। पहला जो गिवन आओ लिख लेने आप कि we are given that H non-empty H subset of G ते H की हैगा H is finite। होर की गिवन आपां नूं and AB belongs to H for all AB belongs to H। ਇਹ ਤਾਂ ਆਪਾਂ ਨੂੰ ਗਿਵਨ ਹੀ ਹੈ ਜੀ ਸਾਰਾ। ਹੁਣ ਆਪਾਂ ਨੇ ਸ਼ੋ ਕਰਨਾ ਕਿ ਇਹ ਸਬ ਗਰੁੱਪ ਆ। we are to prove that H is subgroup of G। ਹੁਣ ਆਪਾਂ ਨੇ ਸ਼ੋ ਕਰਨਾ ਕਿਹੜਾ H ਹੋਊਗਾ ਉਹ ਸਬ ਗਰੁੱਪ ਆਫ G ਹੋਊਗਾ। ਹੁਣ ਇਹ ਚ ਕਨਸੈਪਟ ਕੀ ਲਾਉਣਾ ਹੈਗਾ ਉਹ ਪਿਛਲੇ ਚੈਪਟਰ ਵਿੱਚ ਕਰਿਆ ਸੀ ਆਪਾਂ ਨੇ। ਥਿਊਰਮ ਕਰੀ ਸੀ ਪਿਛਲੇ ਚੈਪਟਰ ਦੇ ਵਿੱਚ ਆਪਣੇ ਕੋਲ। ਉਹ ਕਨਸੈਪਟ ਕੀ ਹੈਗਾ ਉਹ ਦੇਖ ਲਓ। ਗਰੁੱਪ ਚੈਪਟਰ ਦੇ ਵਿੱਚ ਆਪਾਂ ਥਿਊਰਮ ਕਰੀ ਸੀ, ਕੋ ਵਾਲਾ ਕਨਸੈਪਟ ਯੂਜ਼ ਕਰਾਂਗੇ। ਪਹਿਲਾਂ ਉਹ ਕਨਸੈਪਟ ਲਿਖਵਾ ਰਹੇ ਹਾਂ ਜੀ। फिर आप आगे प्रूव करेंगे। पहला देखना प्रूव किवें करना आपने। वो कंसैप्ट है की है वो देखो। वो कितना सी आपने पिछले चैप्टर दे विच एक थ्योरम सीगी, सैमी ग्रुप होवे जी कोई सैमी ग्रुप ਅਤੇ ਇਹ ਸੈਮੀ ਗਰੁੱਪ ਦੇ ਵਿੱਚ ਕੈਂਸਲੇਸ਼ਨ ਲਾ ਹੋਲਡ ਕਰਦੇ ਨੇ। ਕੈਂਸਲੇਸ਼ਨ ਲਾਸ ਹੋਲਡ। ਸੈਮੀ ਗਰੁੱਪ ਹੋਵੇ ਪਲੱਸ ਕੈਂਸਲੇਸ਼ਨ ਲਾ ਦੋ ਪੜੇ ਸੀ ਆਪਾਂ। ਇੱਕ ਲੈਫਟ ਕੈਂਸਲੇਸ਼ਨ ਲਾ ਕੀ ਸੀਗਾ ਕਿ AB ਇਕੁਅਲ ਟੂ AC ਹੋਵੇ। ਇੱਥੋਂ ਆਪਾਂ B ਇਕੁਅਲ ਟੂ C ਕਹਿ ਸਕਦੇ, ਲੈਫਟ ਕੈਂਸਲੇਸ਼ਨ ਲਾ ਸੀ। ਰਾਈਟ ਕੈਂਸਲੇਸ਼ਨ BA ਇਕੁਅਲ ਟੂ CA ਹੋਵੇ ਤਾਂ ਇੱਥੋਂ ਵੀ B ਇਕੁਅਲ ਟੂ C ਕਹਿ ਸਕਦੇ। ਇਹ ਰਾਈਟ ਕੈਂਸਲੇਸ਼ਨ ਲਾ ਸੀ। ਸੈਮੀ ਗਰੁੱਪ ਹੋਵੇ ਦੋਨੇ ਕੈਂਸਲੇਸ਼ਨ ਲਾ ਹੋਲਡ ਕਰਦੇ ਹੋਣ ਦੈਨ ਆਪਾਂ ਕਹਿ ਸਕਦੇ ਹਾਂ, ਇੱਥੇ ਪ੍ਰੂਵ ਕੀਤਾ ਸੀਗਾ ਕਿ ਜਿਹੜਾ ਸੈਮੀ ਗਰੁੱਪ ਹੈਗਾ ਉਹ ਪੱਕਾ ਗਰੁੱਪ ਹੋ ਜਾਏਗਾ। G is ਗਰੁੱਪ ਬਣ ਜਾਏਗਾ। ਇਹ ਥਿਓਰਮ ਇਫ ਐਂਡ ਓਨਲੀ ਇਫ ਪਾ ਕੇ ਸੀ। मतलब जे सैमी ग्रुप आ दोने कैंसलेशन ला होल्ड कर रहे हैं तो ग्रुप बन जाएगा। जे ग्रुप हैगा तो सैमी ग्रुप भी होगा, कैंसलेशन ला भी होल्ड करेंगे।
ਇਹ ਆਪਾਂ ਨੇ ਥਿਊਰਮ ਪ੍ਰੂਵ ਕੀਤੀ ਹੋਈ ਹੈ ਲਾਸਟ ਚੈਪਟਰ ਗਰੁੱਪ ਦੇ ਵਿੱਚ। ਇਹ ਵਾਲਾ ਕੰਸੈਪਟ ਆਪਾਂ ਯੂਜ਼ ਕਰਾਂਗੇ। ਕੰਸੈਪਟ ਕਿਵੇਂ ਯੂਜ਼ ਕਰਾਂਗੇ? ਸਭ ਤੋਂ ਪਹਿਲਾਂ ਆਪਾਂ ਕੀ ਸ਼ੋ ਕਰਾਂਗੇ, ਜਿਹੜਾ H ਹੈਗਾ ਪਹਿਲਾਂ ਪ੍ਰੂਵ ਕੀ ਕਰਨਾ ਉਹ ਲਿਖਣਾ, ਬਾਅਦ ਚ ਪ੍ਰੂਵ ਕਰਾਂਗੇ। ਆਪਾਂ ਇਹ ਪ੍ਰੂਵ ਕਰਾਂਗੇ, ਇਹ ਰਫ ਵਰਕ ਕੀ ਹੈ ਸਾਰਾ, ਇਹ ਰਫ ਵਰਕ ਆ। H ਇਜ਼ ਸੈਮੀ ਗਰੁੱਪ ਸ਼ੋ ਕਰਾਂਗੇ। ਹੁਣ ਸੈਮੀ ਗਰੁੱਪ ਕੀ ਹੁੰਦਾ ਹੈਗਾ, ਜਿਹਦੇ ਵਿੱਚ ਕਲੋਜ਼ਰ ਪ੍ਰੋਪਰਟੀ ਅਤੇ ਐਸੋਸੀਏਟਿਵ ਪ੍ਰੋਪਰਟੀ ਹੋਲਡ ਕਰਦੇ, ਪਲੱਸ ਸੈਮੀ ਗਰੁੱਪ ਸ਼ੋ ਕਰਾਂਗੇ। ਇੱਕ ਥੋੜਾ ਪਿੱਛੇ ਰਹਿ ਗਿਆ, ਇਹ ਸੈਮੀ ਗਰੁੱਪ ਦੇ ਨਾਲ ਨਾਲ ਫਾਈਨਾਈਟ ਸੀਗਾ। ਇਹ ਗੱਲ ਇੰਪੋਰਟੈਂਟ ਦੱਸਣੀ ਰਹਿ ਗਈ ਇਹਦੇ ਵਿੱਚ, ਇਹ ਥਿਊਰਮ ਦੇ ਵਿੱਚ। ਕੋਈ ਫਾਈਨਾਈਟ ਸੈਮੀ ਗਰੁੱਪ ਆ, ਸੈੱਟ ਫਾਈਨਾਈਟ ਚਾਹੀਦਾ, ਫਾਈਨਾਈਟ ਹੋਵੇ, ਸੈਮੀ ਗਰੁੱਪ ਹੋਵੇ, ਕੈਂਸਲੇਸ਼ਨ ਲਾ ਹੋਲਡ ਕਰਨ, ਫਿਰ ਇਹ ਗਰੁੱਪ ਬਣ ਜਾਏਗਾ। ਇਹ ਫਾਈਨਾਈਟ ਕਾਫੀ ਇੰਪੋਰਟੈਂਟ ਸੀਗਾ ਇਹਦੇ ਵਿੱਚ ਜੀ। ਇਹ ਚ ਕੀ ਸ਼ੋ ਕਰਾਂਗੇ, ਜੀ ਸੈਮੀ ਗਰੁੱਪ ਆ ਪਲੱਸ ਫਾਈਨਾਈਟ ਤਾਂ ਹੈਗਾ ਹੀ ਹੈਗਾ, ਇਹ ਤਾਂ ਆਪਾਂ ਨੂੰ ਗਿਵਨ ਆ, ਫਾਈਨਾਈਟ ਦਿੱਤਾ ਹੀ ਹੋਇਆ ਆਪਾਂ ਨੂੰ। ਹੋਰ ਕੀ ਕਰਨਾ ਆਪਾਂ ਨੇ, ਮਤਲਬ ਇੱਕ ਸੈਮੀ ਗਰੁੱਪ ਸ਼ੋ ਕਰਨਾ, ਫਾਈਨਾਈਟ ਤਾਂ ਹੈਗਾ, ਪਲੱਸ ਆਪਾਂ ਦੋਨੇ ਕੈਂਸਲੇਸ਼ਨ ਲਾਸ ਇਹ ਹੋਲਡ ਕਰਾਉਣੇ ਨੇ। ਕੈਂਸਲੇਸ਼ਨ ਲਾਸ ਇਹ ਆਪਾਂ ਹੋਲਡ ਕਰਾਉਣੇ। ਜੇ ਇੰਨਾ ਕੰਮ ਆਪਾਂ ਕਰ ਲਈਏ ਕਿ ਸੈਮੀ ਗਰੁੱਪ ਸ਼ੋ ਕਰ ਦਈਏ ਤੇ ਕੈਂਸਲੇਸ਼ਨ ਲਾ ਹੋਲਡ ਕਰ ਦਈਏ, ਤਾਂ ਬਾਈ ਦਿਸ ਥਿਓਰਮ ਆਪਾਂ ਕਹਿ ਸਕਦੇ ਹਾਂ ਕਿ H ਕੀ ਬਣ ਜਾਏਗਾ, ਖੁਦ ਆਪ ਗਰੁੱਪ ਬਣ ਜਾਏਗਾ। ਨॉन ਐਮਟੀ ਗਿਵਨ ਆ, ਪਿੱਛੇ ਲਿਖਿਆ ਸੀ ਨॉन ਐਮਟੀ ਗਿਵਨ ਆ, ਸਬਸੈਟ ਗਿਵਨ ਆ, ਤੇ ਖੁਦ ਆਪ ਗਰੁੱਪ ਆਪਾਂ ਪ੍ਰੂਵ ਕਰਤਾ, ਤਾਂ H ਨੂੰ ਕਹਾਂਗੇ ਆਪਾਂ ਕਿ ਉਹ ਸਬ ਗਰੁੱਪ ਆਫ G ਬਣ ਜਾਏਗਾ ਬਾਈ ਯੂਜ਼ਿੰਗ ਫਸਟ ਡੈਫੀਨੇਸ਼ਨ। ਸੋ ਇਹ ਕੰਮ ਕਰਨਾ। ਸੈਮੀ ਗਰੁੱਪ ਕੀ ਹੁੰਦਾ, ਕਲੋਜ਼ਰ ਪ੍ਰੋਪਰਟੀ ਹੋਲਡ ਕਰੇ ਅਤੇ ਐਸੋਸੀਏਟਿਵ ਪ੍ਰੋਪਰਟੀ ਹੋਲਡ ਕਰੇ। ਕਲੋਜ਼ਰ ਪ੍ਰੋਪਰਟੀ ਦਾ ਹੋਲਡ ਦਿੱਤੀ ਹੋਈ ਆਪਾਂ ਨੂੰ, ਆਪਾਂ ਸਿਰਫ ਐਸੋਸੀਏਟਿਵ ਪ੍ਰੋਪਰਟੀ ਹੋਲਡ ਕਰਾਉਣੀ ਆ ਤੇ ਕੈਂਸਲੇਸ਼ਨ ਲਾ ਹੋਲਡ ਕਰਾਉਣੇ। ਇਹ ਕੰਮ ਸੌਖਾ ਹੀ ਹੈ, ਉਹ ਕਰਦੇ ਆਪਾਂ। ਜੋ ਦੇਖੋ ਕਰ ਰਹੇ ਆਪਾਂ, we have ਦਿੱਤਾ ਕੀ ਹੋਇਆ ਆਪਾਂ ਨੂੰ ਜੀ, we have AB belongs to H for all AB belongs to H। ਇਹਦਾ ਮਤਲਬ ਕੀ ਹੈ, that is closure property holds in H। ਕਲੋਜ਼ਰ ਪ੍ਰੋਪਰਟੀ ਹੋਲਡ ਕਰਦੀ ਹੈ। ਹੁਣ ਐਸੋਸੀਏਟਿਵ ਪ੍ਰੋਪਰਟੀ ਹੋਲਡ ਕਰਾਉਣੀ ਹੈ, ਫਿਰ ਇਹ ਸੈਮੀ ਗਰੁੱਪ ਬਣ ਜਾਏਗਾ। ਸੋ ਐਸੋਸੀਏਟਿਵ ਪ੍ਰੋਪਰਟੀ ਕੀ ਕਰਾਂਗੇ ਆਪਾਂ, ਇਹ ਸੌਖਾ ਹੀ ਹੈ, ਪਹਿਲਾਂ ਜੇ ਧਿਆਨ ਚ ਹੋਵੇ ਥਿਊਰਮਾਂ ਕੀਤੀਆਂ ਹੋਣ। ਲੈਟ ਕਰਾਂਗੇ ਜਿਹੜਾ A B C, ਇਹ ਤਿੰਨ ਆਪਾਂ H ਚੋਂ ਮੰਨ ਲਏ, A B C ਤਿੰਨ ਨੰਬਰ ਆਪਾਂ H ਚੋਂ ਸਪੋਜ਼ ਕਰ ਲਏ। ਹੁਣ ਜੇ ਤਿੰਨ ਨੰਬਰ H ਵਿੱਚ ਨੇ, ਇਹ ਤਿੰਨ ਨੰਬਰ ਪੱਕਾ G ਚ ਵੀ ਹੋਣਗੇ। G ਚ ਕਿਉਂ ਹੋਣਗੇ, ਬਿਕੋਜ਼ ਇਹ ਆਪਾਂ ਨੂੰ ਗਿਵਨ ਆ ਕਿ ਜਿਹੜਾ H ਆ ਉਹ ਸਬਸੈਟ ਆਫ G ਆ, ਇਹ ਆਪਾਂ ਨੂੰ ਗਿਵਨ ਆ। ਜੇ ਤਿੰਨ ਨੰਬਰ G ਦੇ ਵਿੱਚ ਨੇ, G ਤਾਂ ਗਰੁੱਪ ਆ, ਤੇ ਗਰੁੱਪ ਦੇ ਵਿੱਚ ਜਿਹੜੀ ਐਸੋਸੀਏਟਿਵ ਪ੍ਰੋਪਰਟੀ ਹੁੰਦੀ ਆ ਉਹ ਹੋਲਡ ਕਰੇਗੀ। ਕਿਉਂ, ਬਿਕੋਜ਼ G ਇਜ਼ ਅ ਗਰੁੱਪ। G ਆਪਣਾ ਗਰੁੱਪ ਦਿੱਤਾ ਹੋਇਆ ਆਪਾਂ ਨੂੰ। ਹੁਣ ਕੀਤਾ ਕੀ ਆਪਾਂ ਨੇ, ਇਹ ਤਿੰਨ ਐਲੀਮੈਂਟ H ਚ ਮੰਨੇ ਨੇ, ਤੇ ਇਹਨਾਂ ਵਿੱਚ ਆਪਾਂ ਨੇ ਪ੍ਰੂਵ ਕਰਤਾ ਕਿ ਜਿਸ ਤਰ੍ਹਾਂ ਮਰਜ਼ੀ ਮਲਟੀਪਲਾਈ ਕਰ ਲਓ ਆਂਸਰ ਸੇਮ ਆਊਗਾ। ਮਤਲਬ ਕੀ ਪ੍ਰੂਵ ਕਰਤਾ ਆਪਾਂ ਨੇ, ਦਿਸ ਇੰਪਲਾਈਜ਼ ਚਾਹੇ AB ਮਲਟੀਪਲਾਈ ਕਰਕੇ C ਨਾਲ ਮਲਟੀਪਲਾਈ ਕਰ ਲਓ, ਚਾਹੇ BC ਮਲਟੀਪਲਾਈ ਕਰਕੇ ਬਾਅਦ ਚੋਂ A ਨਾਲ ਮਲਟੀਪਲਾਈ ਕਰ ਲਓ, ਇਹ ਹਮੇਸ਼ਾ ਆਂਸਰ ਆਊਗਾ ਫॉर all ABC belongs to H। ਫॉर all ਤਾਂ ਕਿਹਾ ਬਿਕੋਜ਼ ABC ਆਪਣੇ ਕੋਲ ਜਨਰਲ ਨੇ। ਜੇ ਸਾਰਿਆਂ ਵਾਸਤੇ ਆ ਗਿਆ, ਦੇਅਰਫੋਰ ਆਪਾਂ ਕਹਾਂਗੇ ਜਿਹੜੀ ਐਸੋਸੀਏਟਿਵ ਪ੍ਰੋਪਰਟੀ ਹੈਗੀ ਆ, ਐਸੋਸੀਏਟਿਵ ਪ੍ਰੋਪਰਟੀ ਹੋਲਡਸ ਇਨ H। ਇਹ H ਵਿੱਚ ਹੋਲਡ ਕਰਦੀ ਹੈ। ਕਲੋਜ਼ਰ ਪ੍ਰੋਪਰਟੀ ਹੋਲਡ ਕਰਦੀ ਹੈ, ਐਸੋਸੀਏਟਿਵ ਪ੍ਰੋਪਰਟੀ ਹੋਲਡ ਕਰਦੀ, ਦੇਅਰਫੋਰ ਆਪਾਂ H ਨੂੰ ਕੀ ਕਹਿ ਸਕਦੇ ਹਾਂ ਕਿ H ਇਜ਼ ਸੈਮੀ ਗਰੁੱਪ। H ਕੀ ਬਣ ਗਿਆ ਆਪਣੇ ਕੋਲ, ਸੈਮੀ ਗਰੁੱਪ ਬਣ ਗਿਆ। ਹੁਣ ਆਲਸੋ ਇਹ ਤਾਂ ਗਿਵਨ ਹੀ ਆਪਾਂ ਨੂੰ ਕਿ H ਕੀ ਹੈਗਾ, H ਇਜ਼ ਫਾਈਨਾਈਟ। ਹੁਣ ਆਪਣੇ ਬਸ ਕੀ ਕਰਨਾ, ਇਹਦੇ ਵਿੱਚ
ਲੈਫਟ ਕੈਂਸਲੇਸ਼ਨ ਲਾ ਹੋਲਡ ਕਰਾਉਣਾ ਹੈਗਾ ਤੇ ਰਾਈਟ ਕੈਂਸਲੇਸ਼ਨ ਲਾ ਹੋਲਡ ਕਰਾਉਣਾ ਹੈਗਾ। ਜੋ ਲੈਫਟ ਕੈਂਸਲੇਸ਼ਨ ਲਾ ਕਿਵੇਂ ਹੋਲਡ ਕਰਾਵਾਂਗੇ, ਲੈਟ ਕਰ ਲਿਆ ਆਪਾਂ, ਲੈਟ A B C 3 ਨੰਬਰ H 'ਚ ਨੇ। ਲੈਫਟ ਕੈਂਸਲੇਸ਼ਨ ਲਾ ਕੀ ਹੁੰਦਾ, ਆਪਾਂ ਲੈਟ ਕਰਨਾ ਹੁੰਦਾ ਪਹਿਲਾਂ AB ਇਕੁਅਲ ਟੂ AC, ਲੈਟ ਕਰਕੇ ਇੱਥੋਂ ਸ਼ੋ ਕਰਾਂਗੇ B ਤੇ C ਬਰਾਬਰ ਨੇ, ਫਿਰ ਇੱਥੋਂ ਲੈਫਟ ਕੈਂਸਲੇਸ਼ਨ ਦਾ ਹੋਲਡ ਹੋ ਜਾਏਗਾ। ਸੋ ਦੇਖੋ AB ਇਕੁਅਲ ਟੂ AC ਦਿੱਤਾ ਹੋਇਆ ਆਪਾਂ ਨੂੰ, ਇਹ ਨੰਬਰਿੰਗ 1 ਪਾ ਕੇ ਰੱਖ ਲਿਆ। ਆਲਸੋ ਜੇ ਧਿਆਨ ਨਾਲ ਦੇਖੀਏ ਜਿਹੜਾ A ਹੈਗਾ ਉਹ ਪੱਕਾ G 'ਚ ਵੀ ਆਊਗਾ। ਕੱਲਾ A ਦੀ ਗੱਲ ਕਰਨ, A ਦੀ ਲੋੜ ਪੈਣੀ ਆਪਾਂ ਨੂੰ। A G 'ਚ ਕਿਉਂ ਆਊਗਾ, ਬਿਕੋਜ਼ ਜਿਹੜਾ H ਹੈਗਾ ਉਹ ਸਬਸੈਟ ਆਫ G ਹੈ, ਦਿੱਤਾ ਹੋਇਆ ਆਪਾਂ। ਜਿਹੜਾ ਸਬਸੈਟ ਹੁੰਦਾ ਹੈਗਾ ਉਹ ਮਤਲਬ ਸਾਰੇ ਐਲੀਮੈਂਟ H ਦੇ ਉਹ G 'ਚ ਹੋਣਗੇ, A ਪੱਕਾ G 'ਚ ਹੋਊਗਾ। ਹੁਣ A ਕੱਲਾ G 'ਚ ਕਿਉਂ ਕਿਹਾ, ਬਿਕੋਜ਼ ਜੇ ਕਿਸੇ ਨੂੰ ਇਧਰ ਪਾਸੇ ਪ੍ਰੂਫ ਪਤਾ ਹੋਵੇ, ਜੇ ਪੁਰਾਣਾ ਪ੍ਰੂਫ ਧਿਆਨ 'ਚ ਹੋਵੇ ਕਿ ਇਹ ਲੈਫਟ ਕੈਂਸਲੇਸ਼ਨ ਲਾ ਰਾਈਟ ਕੈਂਸਲੇਸ਼ਨ ਲਾ ਕਿਵੇਂ ਆਪਾਂ ਨੇ ਪ੍ਰੂਵ ਕਰਨੇ ਹੁੰਦੇ ਨੇ, ਫਿਰ ਉਹਨੂੰ ਧਿਆਨ 'ਚ ਰਹੂਗਾ ਕਿ ਆਪਾਂ A G 'ਚ ਕਿਉਂ ਲਿਆ ਜੀ। ਕਿਉਂਕਿ ਜੇ ਆਪਾਂ ਲੈਫਟ ਕੈਂਸਲੇਸ਼ਨ ਲਾ ਹੋਲਡ ਕਰਵਾਉਣਾ ਹੁੰਦਾ ਹੈਗਾ, ਉਹ 'ਚ ਕਨਸੈਪਟ ਕੀ ਹੁੰਦਾ, ਇਹਨੂੰ A ਇਨਵਰਸ ਨਾਲ ਪ੍ਰੀ ਮਲਟੀਪਲਾਈ ਕਰਨਾ ਹੁੰਦਾ ਤੇ ਫਿਰ ਉਹ ਇਕੱਠੇ ਕਰਨੇ ਹੁੰਦੇ ਨੇ ਆਪਾਂ ਨੇ। A ਇਨਵਰਸ ਨਾਲ ਪ੍ਰੀ ਮਲਟੀਪਲਾਈ ਕਰਨਾ ਤੇ ਇਕੱਠੇ ਕਰਨੇ ਹੁੰਦੇ ਨੇ। ਹੁਣ A ਇਨਵਰਸ ਦੀ ਗੱਲ ਤਾਂ ਕਰ ਸਕਦੇ ਜੇ A ਇਨਵਰਸ ਨਿਕਲੂਗਾ। ਹੁਣ ਇਹ ਪਤਾ ਲੱਗ ਗਿਆ ਕਿ A G ਵਿੱਚ ਆ, this implies A inverse ਪੱਕਾ G 'ਚ ਹੋਊਗਾ, because G ਕੀ ਹੈਗਾ, G is a group। ਮਤਲਬ ਕਹਿਣ ਦੀ ਗੱਲ ਇਹਦੇ ਵਿੱਚ ਇਹ ਆ ਕਿ ਇਨਵਰਸ ਪੱਕਾ ਐਗਜ਼ਿਸਟ ਕਰੇਗਾ, ਕਿਉਂਕਿ G ਗਰੁੱਪ ਆ, ਗਰੁੱਪ ਦੇ ਵਿੱਚ ਚੌਥੀ ਪ੍ਰੋਪਰਟੀ ਹੁੰਦੀ ਹੈ ਕਿ ਹਰੇਕ ਐਲੀਮੈਂਟ ਦਾ ਇਨਵਰਸ ਪੱਕਾ ਐਗਜ਼ਿਸਟ ਕਰੇਗਾ। ਹੁਣ ਇਹ ਕਨਫਰਮ ਹੋ ਗਿਆ ਕਿ A ਇਨਵਰਸ ਐਗਜ਼ਿਸਟ ਕਰੇਗਾ, ਤਾਂ ਆਪਾਂ ਪ੍ਰੀ ਮਲਟੀਪਲਾਈ both side of 1 by A inverse। ਦੋਨੇ ਪਾਸੇ ਆਪਾਂ A inverse ਨਾਲ ਪ੍ਰੀ ਮਲਟੀਪਲਾਈ ਕਰਤਾ ਜੀ, therefore A inverse BC, A inverse AB, sorry, A inverse AB, A inverse AC, ਇਹ ਪੱਕਾ ਬਰਾਬਰ ਹੋਣਗੇ ਜੀ। ਇਹ ਸਾਰੇ ਗਰੁੱਪ ਦੇ ਐਲੀਮੈਂਟ ਹੀ ਨੇ ਜੀ, ਇਸ ਕਰਕੇ ਆਪਾਂ ਇਹ 'ਚ ਐਸੋਸੀਏਟਿਵ ਪ੍ਰੋਪਰਟੀ ਹੋਲਡ ਕਰ ਸਕਦੇ ਹਾਂ। ਇਹ ਲਿਖਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ। ਇਨਵਰਸ ਕੀ ਹੁੰਦਾ, ਇਨਵਰਸ ਜੇ ਐਲੀਮੈਂਟ ਨਾਲ ਮਲਟੀਪਲਾਈ ਕਰਾਂਗੇ ਤਾਂ ਆਇਡੈਂਟੀਟੀ ਬਣਾਊਗਾ। ਦੇਖੋ ਕੰਮ ਸੌਖਾ ਹੀ ਹੈ। ਆਇਡੈਂਟੀਟੀ ਐਲੀਮੈਂਟ ਕੀ ਹੁੰਦਾ, ਕਿਸੇ ਨਾਲ ਵੀ ਮਲਟੀਪਲਾਈ ਕਰਾਂਗੇ ਸੇਮ ਆਊਗਾ। ਹੁਣ ਦੇਖੋ E ਦੀ ਗੱਲ ਨਹੀਂ ਕੀਤੀ ਆਪਾਂ ਕਿਤੇ ਵੀ, ਤਾਂ ਲਿਖ ਦੇਣਾ ਇੱਥੇ ਵੇਅਰ E ਕੀ ਮੰਨਿਆ ਆਪਾਂ, where E is identity in G। E ਆਪਾਂ ਨੇ ਆਇਡੈਂਟੀਟੀ ਮੰਨੀ ਹੈਗੀ ਆ G ਦੇ ਵਿੱਚ। ਹੁਣ ਆ B ਇਕੁਅਲ ਟੂ C ਹੋ ਗਿਆ ਇੱਥੋਂ, ਤਾਂ ਕੀ ਪ੍ਰੂਵ ਕਰਤਾ, therefore ਆਪਾਂ ਨੇ AB ਇਕੁਅਲ ਟੂ AC ਕੀਤਾ ਸੀਗਾ, ਇਹ ਮੰਨਿਆ ਸੀਗਾ। ਇੱਥੋਂ ਕੀ ਪ੍ਰੂਵ ਕਰਤਾ ਆਪਾਂ ਨੇ, B ਇਕੁਅਲ ਟੂ C, ਮਤਲਬ ਲੈਫਟ ਤੋਂ ਕੈਂਸਲ ਕਰ ਸਕਦੇ ਹਾਂ ਆਪਾਂ। ਇਹਦਾ ਕੀ ਬਣ ਗਿਆ, therefore left cancellation law holds। ਲੈਫਟ ਕੈਂਸਲੇਸ਼ਨ ਲਾ ਜਿਹੜਾ ਹੈਗਾ ਉਹ ਹੋਲਡ। ਹੁਣ ਰਾਈਟ ਵੀ ਸ਼ੋ, ਦੋਨੇ ਸ਼ੋ ਕਰਨੇ ਨੇ ਆਪਾਂ ਨੇ, ਦੂਜਾ ਸ਼ੋ ਕਰਨ ਦੀ ਲੋੜ ਨਹੀਂ ਹੈਗੀ, ਸਿੱਧਾ ਸਿਮਿਲਰਲੀ ਕਹਿ ਸਕਦੇ ਬਿਕੋਜ਼ ਦੂਜੇ ਦਾ ਪ੍ਰੂਫ ਇਹਦੇ ਵਰਗਾ ਹੀ ਹੋਊਗਾ, ਉਹ ਦੇਖ ਲੈਣੇ ਆਪਾਂ। ਸਿਮਿਲਰਲੀ ਆਪਾਂ ਕਹਿ ਸਕਦੇ ਹਾਂ ਜੇ BA ਇਕੁਅਲ ਟੂ CA ਲਵਾਂਗੇ, ਉਹ ਬਿਲਕੁਲ ਸੇਮ ਪਹਿਲਾਂ ਵਾਂਗੂ ਪ੍ਰੂਵ ਹੋ ਗਿਆ ਜਿਵੇਂ ਆ ਕੀਤਾ ਹੈਗਾ। A ਇਨਵਰਸ ਨਾਲ ਪੋਸਟ ਮਲਟੀਪਲਾਈ ਕਰਾਂਗੇ ਸਾਰਾ ਉਦਾਂ ਹੋ ਜਾਏਗਾ, ਤਾਂ ਸਿਮਿਲਰਲੀ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਪੱਕਾ ਫਿਰ B ਇਕੁਅਲ ਟੂ C ਹੋਊਗਾ, therefore left, ਇਹ ਰਾਈਟ ਆ ਸੌਰੀ, therefore right cancellation law holds। ਜਿਹੜਾ ਰਾਈਟ ਕੈਂਸਲੇਸ਼ਨ ਲਾ ਹੈਗਾ ਉਹ ਵੀ ਆਪਣਾ ਹੋਲਡ ਕਰ ਗਿਆ। ਤੇ ਇੱਥੋਂ ਕੀ ਪ੍ਰੂਵ ਕਰਤਾ ਆਪਾਂ ਨੇ, ਇੱਥੋਂ ਇਹ ਪ੍ਰੂਵ ਕਰਤਾ
ਇੱਕ ਤਾਂ ਜਿਹੜਾ H ਹੈਗਾ H इज फाइनाइट ਆ, ਇਹ ਤਾਂ ਆਪਾਂ ਨੂੰ गिवन, ਇੱਕ ਤਾਂ ਚੀਜ਼। ਇੱਕ ਆਪਾਂ ਨੇ ਸ਼ੋ ਕਰਤਾ ਕਿ H इज ਸੈਮੀ ਗਰੁੱਪ, ਇਹ ਵੀ ਸ਼ੋ ਕਰਤਾ ਆਪਾਂ ਨੇ। ਤੀਜੀ ਗੱਲ ਐਂਡ both cancellation laws holds in H। ਜੇ ਤਿੰਨੇ ਗੱਲਾਂ ਹੋਣ ਆਪਣੇ ਕੋਲ ਤਾਂ ਆਪਾਂ ਕਹਿ ਸਕਦੇ ਹਾਂ ਕਿਹੜਾ ਸੈਮੀ ਗਰੁੱਪ ਹੈਗਾ, ਫਿਰ ਉਹ ਗਰੁੱਪ ਬਣ ਜਾਏਗਾ। ਤੇ ਇੱਥੋਂ ਕਹਿ ਸਕਦੇ ਹਾਂ ਆਪਾਂ therefore H is a group। ਹੁਣ ਇਹ ਕਿਉਂ ਹੈਗਾ, ਇਹ ਥਿਓਰਮ ਨਾਲ ਮੈਂਸ਼ਨ ਕਰਨੀ ਹੈ, ਬਿਕੋਜ਼ ਇਹ ਕੀਤਾ ਹੋਇਆ if G is finite and ਸਿੱਧੀ ਬੋਲੋ G is finite semi group in which both ਦੋਨੇ cancellation laws hold, both cancellation law hold, then G is a group। G ਜਿਹੜਾ ਹੈ ਉਹ ਗਰੁੱਪ ਹੋਊਗਾ। ਹੁਣ ਕੀ ਹੋ ਗਿਆ ਦੇਖੋ ਜੀ, ਆਪਾਂ ਨੇ ਦਿੱਤਾ ਹੋਇਆ ਸੀਗਾ ਕਿ H ਨॉन ਐਮਪਟੀ ਆ ਅਤੇ H ਸਬਸੈਟ ਆਫ G ਆ, ਇਹ ਵੀ ਆਪਾਂ ਨੂੰ ਗਿਵਨ ਸੀਗਾ। ਤੇ ਆਪਾਂ ਨੇ ਇਹ ਸ਼ੋ ਕਰਤਾ ਕਿ H ਕੀ ਹੈਗਾ, H ਇਜ਼ ਅ ਗਰੁੱਪ, H ਖੁਦ ਆਪ ਗਰੁੱਪ ਆ। ਤਾਂ ਤਿੰਨੇ ਗੱਲਾਂ ਦੇਖ ਕੇ ਫਰੋਮ ਫਸਟ ਡੈਫੀਨੇਸ਼ਨ ਆਪਾਂ ਕਹਿ ਸਕਦੇ ਹਾਂ ਕਿ H ਕੀ ਬਣ ਜਾਏਗਾ, ਸਬ ਗਰੁੱਪ। therefore H is ਸਬ ਗਰੁੱਪ ਆਫ G। H ਜਿਹੜਾ ਹੋਊਗਾ ਉਹ ਸਬ ਗਰੁੱਪ ਆਫ G ਹੋਊਗਾ। ਇਹ ਆਪਣਾ ਇਫ ਪਾਰਟ ਸੀਗਾ ਜੀ। ਸੋ ਇਹ ਸਟੇਟਮੈਂਟ ਧਿਆਨ ਰੱਖਣਾ, ਜਿਹੜੀ ਸਟੇਟਮੈਂਟ ਹੈਗੀ ਆ ਇੱਕ ਯੂਜ਼ ਕਰਾਂਗੇ ਆਪਾਂ ਅੱਗੇ ਥਿਓਰਮ ਦੇ ਵਿੱਚ, ਪਰ ਇਹ ਯੂਜ਼ ਤਾਂ ਕਰਨੀ ਆ ਜੇ ਆਪਣੇ ਕੋਲ H ਫਾਈਨਾਈਟ ਹੋਵੇ। ਜੇ ਆਪਣੇ ਕੋਲ H ਫਾਈਨਾਈਟ ਹੋਵੇ ਤਾਂ ਆਪਾਂ ਇਹ ਯੂਜ਼ ਕਰਨੀ, ਅਦਰਵਾਈਜ਼ ਆਪਾਂ ਇਹ ਯੂਜ਼ ਨਹੀਂ ਕਰਾਂਗੇ। ਅਦਰਵਾਈਜ਼ ਕਿਹੜੀ ਯੂਜ਼ ਕਰਨੀ, ਸਬ ਗਰੁੱਪ ਪ੍ਰੂਵ ਕਰਨਾ ਹੋਵੇ ਆਪਾਂ H ਫਾਈਨਾਈਟ ਹੋਵੇ ਚਾਹੇ ਇਨਫਾਈਨਾਈਟ, ਦੋਨਾਂ ਵਾਸਤੇ ਐਪਲੀਕੇਬਲ ਆ ਕਿ H ਨੂੰ ਪਹਿਲਾਂ ਆਪਾਂ ਨॉन ਐਮਪਟੀ ਕਰਨਾ ਹੁੰਦਾ, H ਫਿਰ ਸਬਸੈਟ ਆਫ G ਕਰਨਾ ਹੁੰਦਾ, AB ਇਨਵਰਸ H ਪ੍ਰੂਵ ਕਰਨਾ ਫॉर ਆਲ AB ਬਿਲੋਂਗਸ ਟੂ H। ਇਹ ਤਿੰਨੇ ਗੱਲਾਂ ਦੇਖ ਕੇ ਆਪਾਂ ਕਹਿ ਸਕਦੇ ਹਾਂ ਕਿ ਫਿਰ ਜਿਹੜਾ H ਹੋ ਜਾਊਗਾ ਉਹ ਸਬ ਗਰੁੱਪ ਆਫ G। ਇਹ ਜ਼ਿਆਦਾ ਇੰਪੋਰਟੈਂਟ ਹੈਗੀ ਆ ਕਿਉਂਕਿ ਇਹਦੇ ਵਾਸਤੇ H ਜੋ ਮਰਜ਼ੀ ਹੋਵੇ ਸਾਰਿਆਂ ਵਾਸਤੇ ਐਪਲੀਕੇਬਲ ਆ, ਪਰ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਆਹ ਕੱਲਾ AB ਹੈ ਤਾਂ ਸੌਖੀ ਹੈ ਵੈਸੇ ਥੋੜੀ ਜਿਹੀ, ਕਿਉਂਕਿ ਇਹ 'ਚ ਇਨਵਰਸ ਦੀ ਗੱਲ ਨਹੀਂ ਹੋ ਰਹੀ, ਪਰ ਇਹ 'ਚ ਪ੍ਰੋਬਲਮ ਇਹ ਆ ਕਿ ਇਹ ਫਾਈਨਾਈਟ ਵਾਸਤੇ ਆ। ਜਿਹੜੇ ਕੁਐਸਚਨ ਆਪਾਂ ਕਰਦੇ ਹੈਗੇ ਉਹ ਚਾਹੇ ਨਹੀਂ ਕਿ ਪੱਕਾ ਸੈੱਟ ਫਾਈਨਾਈਟ ਆ, ਇਨਫਾਈਨਾਈਟ ਵੀ ਹੋ ਸਕਦਾ, ਤਾਂ ਆਪਾਂ ਉਹ ਥਿਓਰਮ ਜ਼ਿਆਦਾ ਯੂਜ਼ ਕਰਾਂਗੇ ਜਿਹੜੀ ਸਾਰਿਆਂ ਵਾਸਤੇ ਐਪਲੀਕੇਬਲ ਹੋਵੇ। ਤਾਂ ਇਹ ਵਾਲੀ ਆਪਾਂ ਡੈਫੀਨੇਸ਼ਨ ਸਾਰਿਆਂ ਵਾਸਤੇ ਐਪਲੀਕੇਬਲ, ਤਾਂ ਹੀ ਕਰਕੇ ਆਪਾਂ ਇਹਦੇ ਉੱਪਰ ਜ਼ਿਆਦਾ ਜ਼ੋਰ ਦੇਵਾਂਗੇ। ਜੇ ਆਪਾਂ ਲੱਗਦਾ ਕਿ H ਫਾਈਨਾਈਟ ਆ ਫਿਰ ਆਪਾਂ ਯੂਜ਼ ਕਰਾਂਗੇ, ਮੈਂ ਗੱਲਾਂ ਆਪਾਂ ਦੋਨੇ ਧਿਆਨ ਰੱਖਣੀਆਂ ਨੇ, ਬਾਕੀ ਅੱਗੇ ਕੁਐਸਚਨ ਕਰਾਂਗੇ। ਮਤਲਬ ਇਹ ਵਾਲਾ ਕਨਸੈਪਟ ਯੂਜ਼ ਹੋਊਗਾ ਇੱਕ ਥਿਓਰਮ ਦੇ ਵਿੱਚ ਅੱਗੇ ਯੂਜ਼ ਹੋਊਗਾ, ਉਹ ਕਾਫੀ ਇੰਪੋਰਟੈਂਟ ਆ। ਸੋ ਇਹ ਆਪਾਂ ਟੌਪਿਕ ਕਰਨਾ ਸੀ। ਇੱਕ ਛੋਟੀ ਜੀ ਥਿਓਰਮ ਹੋਰ ਹੈਗੀ ਉਹ ਕਰਨੀ ਹੈ ਆਪਾਂ ਨੇ, ਇਹ ਪਹਿਲਾਂ ਰੱਬ ਕਰ ਲਈਏ। ਉਹ ਸਟੇਟਮੈਂਟ ਹੈ ਕੀ ਹੈ, ਮੈਂ ਵੀ ਪੜ੍ਹ ਰਿਹਾ ਹੈਗਾ ਤੇ ਤੁਸੀਂ ਵੀ ਸਟੇਟਮੈਂਟ ਉਹ ਦੇਖ ਲਓ। The intersection of an arbitrary collection of subgroups of a group is again a subgroup of a
ग्रुप। ये स्टेटमेंट है की आ वो देखनी है। एक थ्योरम आपां पिछले लेक्चर प्रूव की सीगी जी, जे कोई दो सब ग्रुप ने H1 भी सब ग्रुप आ H ते K सॉरी दो HK ले सी अपने यही मन्ने सीगे, बाकी जिहड़े मर्जी सपोज कर सकते। H भी सब ग्रुप आ K भी सब ग्रुप आ, उन्हां दी इंटरसैक्शन जिहड़ी है वो पक्का सब ग्रुप होएगी। यही आपने प्रूव किया सी, दो वास्ते प्रूव किया सी। और एक वर्ड आ रहा, वो वर्ड की हैगा इंटरसैक्शन ऑफ arbitrary collection of subgroups। इंटरसेक्शन ऑफ आर्बिट्रेरी कलैक्शन ऑफ सबग्रुप्स, ਇਹਦਾ मतलब की है? सो इंटरसेक्शन का ठीक है, इंटरसेक्शन की हुंदा आपां इहदा साइन पाना हुंदा। ਇਹ मतलब की बनया आर्बिट्रेरी कलैक्शन ऑफ सबग्रुप। आर्बिट्रेरी मतलब कि जिन्ने मर्जी सब ग्रुप ले लीए आपां, जिन्ने मर्जी सब ग्रुप ले लीए उन्हां दी जे इंटरसेक्शन करांगे वो भी खुद आप सब ग्रुप होगा। यह थ्योरम दे विच दो सब ग्रुप सी। आर्बिट्रेरी कलैक्शन ऑफ सब ग्रुप मतलब की हो गया, आर्बिट्रेरी में जिन्नी मर्जी कलैक्शन ले लो, इकट्ठे कर लो, जिन्ने मर्जी सब ग्रुप्स इकट्ठे कर लवो, उन्हां दी सारियां दी इंटरसेक्शन जिहड़ी है वो खुद आप सब ग्रुप होएगी। मतलब जे आपां कह दिए कि H1 H2 H3 H4 अप टू सोन H10 तक ये सारे सब ग्रुप्स ने, H1 H2 H3 H4 H10 तक ये सारे सब ग्रुप ने, इन्हां इंटरसेक्शन पक्का सब ग्रुप है। 100 मान लो, जिन्ने मर्जी मान लो, ये सारा दी जिहड़ी हैगी इंटरसेक्शन जिहड़ी है वो आपां सब ग्रुप कहांगे। हुण इहनूं लिखना किवें आपां ने, वो लिखण दा तरीका की हैगा कि आपां इदां पा लवांगे, आर्बिट्रेरी कलैक्शन किदां पानी हुंदी, लिखना किवें हुंदा हैगा H लैम्डा, जिवें सिंबल लए होने आपां भी ले लेने, बाकी इस तरह मर्जी मान सारे, सच दैट लैम्डा बिलोंग्स टू A पा लो, वेयर A B any set। हुण ये समझना, ये आर्बिट्रेरी कलैक्शन आ, ये आर्बिट्रेरी जिन्ने मर्जी हो सकते। ये आर्बिट्रेरी कलैक्शन किवें, ध्यान दो, जे आपां A मान लीए 1 2 3 अप टू सोन 10 तक मान लीए A, ਇਹਦਾ मतलब की हैगा लैम्डा A चों मनना आपां ने, लैम्डा A दे विचों मनना मतलब की हो गया, पहला लैम्डा 1 ले लो तो की बन जाएगा और H1 भरत, लैम्डा A चों मनना फिर 2 ले लवो H2 आ गया, फिर 3 ले लिया, फिर 4 ले लिया अप टू सोन H10। मतलब इस केस का मतलब हो गया ये आर्बिट्रेरी कलैक्शन। आर्बिट्रेरी मतलब की हो गया, ये 10 सैट ने, जे A विच अपने कोल 20 एलीमेंट होणगे तो 20 सैट बन जाण, सब ग्रुप 20 सैट कह लो, चलो जो 20 सब ग्रुप कह लो बन जाणगे। मतलब A उपर डिपेंड करता कि A की हैगा। A आपां कहदा कि A भी है नहीं सैट, A कोई भी सैट आ, जे A कोई भी सैट हैगा तो A च किन्ने मर्जी एलीमेंट आ सकदे ने, जे च किन्ने मर्जी एलीमेंट आ सकदे हैगे ने तो ये किन्ने मर्जी कह लो सब ग्रुप बनणगे। मतलब जिन्ने A विच बनणगे एलीमेंट्स उन्ने ही सब ग्रुप आउणगे, जिवें उरे A च 10 एलीमेंट सीगे, ये 10 सब ग्रुप बने ने अपने कोल, जिन्ने A विच एलीमेंट होणगे उन्ने ही सब ग्रुप बनणगे। हुण A दे एलीमेंट आपां डिफाइन नहीं कीते हैगे, मतलब A विच किन्ने मर्जी हो सकदे ने एलीमेंट, उस हिसाब नाल ये भी फिर किन्ने मर्जी जाए कह लो कि ये आर्बिट्रेरी कलैक्शन है, ये किन्ने मर्जी सब ग्रुप हो सकदे ने इहदे विच, इहनूं आर्बिट्रेरी कलैक्शन कहंदे आ। ये आर्बिट्रेरी कलैक्शन इन्हां सारिਆਂ दी आपां इंटरसैक्शन करनी है तो उहनूं की शो करना, आपां सब ग्रुप शो करना। हुण इंटरसैक्शन करनी किवें वो ध्यान दो, वो लिखण दे तरीके ने बस शॉर्टकट वो समझाने हैं, बाकी थ्योरम फिर प्रूव करांगे। हुण जिवें इन्हां इंटरसैक्शन हो किदां पावांगे आपां, देखो आपां पावांगे इंटरसैक्शन H1 इंटरसैक्शन H2, ये कुछ सिंबल ने जिहड़े आपां यूज करने सौखे वास्ते।
ਇਹ ਇੰਟਰਸੈਕਸ਼ਨ ਇਦਾਂ ਪਏਗੀ ਜੀ H4 H10 ਇਹਨਾਂ ਸਾਰਿਆਂ ਦੀ ਆਪਾਂ ਕੀ ਕਰਨੀ ਹੈਗੀ ਆ ਇੰਟਰਸੈਕਸ਼ਨ ਕਰਨੀ। ਹੁਣ ਇਹ ਸਿੰਬਲ ਲਿਖਣਾ ਔਖਾ ਦੁਬਾਰਾ ਇੰਟਰਸੈਕਸ਼ਨ ਇਹ ਦੁਬਾਰਾ ਲਿਖਣਾ ਔਖਾ, ਤਾਂ ਇਹਦੇ ਵਾਸਤੇ ਸਿੰਬਲ ਕੀ ਬਣਾਇਆ ਆਪਾਂ ਨੇ, ਉਹ ਇਦਾਂ ਬਣਾਤਾ ਇੰਟਰਸੈਕਸ਼ਨ H I ਲੈ ਲਵੋ I goes from 1 to 10। ਹੁਣ ਇਹ ਗੱਲ ਆਪਾਂ ਧਿਆਨ ਨਾਲ ਸਮਝਣੀ ਹੈ ਜੀ। ਇਹ ਹੁਣ ਕੀ ਹੈਗਾ ਕਿ 1 ਤੋਂ ਲੈ ਕੇ 10 ਤੱਕ ਵੈਲਿਊ ਭਰਨੀ ਹੈ H1 1 ਭਰਿਆ ਆਪਾਂ H1 ਆ ਗਿਆ, 2 ਭਰਿਆ 2 ਆ ਗਿਆ, 3 ਭਰਿਆ 3 ਆਇਆ, ਅਖੀਰ ਚ ਆਪਾਂ 10 ਤੱਕ ਭਰਤਾ। ਇਹ 10 ਤੱਕ ਵੈਲਿਊ ਭਰਤੀਆਂ, ਉਹਨਾਂ ਸਾਰਿਆਂ ਵਿੱਚ ਮੂਹਰੇ ਪਾਇਆ ਆਪਾਂ ਸਾਈਨ ਇੰਟਰਸੈਕਸ਼ਨ, ਉਹ ਸਾਰਿਆਂ ਚ ਆਪਾਂ ਇੰਟਰਸੈਕਸ਼ਨ ਪਾਉਣਾ। ਮਤਲਬ ਪਹਿਲਾਂ H1 ਭਰਤਾ, ਫਿਰ H2 ਭਰਤਾ, H3 ਹੋ ਗਿਆ, H4 ਹੋ ਗਿਆ, H10 ਹੋ ਗਿਆ, ਉਹਨਾਂ ਸਾਰਿਆਂ ਵਿੱਚ ਕੀ ਕਰਨਾ ਹੈਗਾ ਆਪਾਂ ਨੇ ਬਾਅਦ ਚੋਂ ਇੰਟਰਸੈਕਸ਼ਨ ਲਾਉਣਾ। ਇਹ ਆਹੀ ਚੀਜ਼ ਬਣ ਜਾਏਗੀ। ਹੁਣ ਤੁਸੀਂ ਆਪ ਦੇਖੋ ਕਿ ਇਹਦੇ ਨਾਲੋਂ ਆਹ ਲਿਖਣ ਦਾ ਤਰੀਕਾ ਸੌਖਾ ਹੈਗਾ। ਜਿਵੇਂ ਹੋਰ ਦੇਖੋ, ਜਿਵੇਂ ਇਸ ਕੇਸ 'ਚ ਗੱਲ ਕਰੀਏ ਆਪਾਂ, ਇੱਕ ਤਾਂ ਤਰੀਕਾ ਵਾ ਲਿਖਣਾ, ਦੇਖੋ ਧਿਆਨ ਨਾਲ, ਇੱਕ ਤਰੀਕਾ ਹੋਰ, ਜੇ ਆਪਾਂ ਨੂੰ ਇਦਾਂ ਲਿਖ ਲਈਏ ਲੈਮਡਾ ਬਿਲੋਂਗਸ ਟੂ A H ਲੈਮਡਾ, ਇਹ ਗੱਲ ਸਮਝਣੀ ਆਪਾਂ। ਇਹ ਤੋਂ ਪਹਿਲਾਂ ਇੱਕ ਚੀਜ਼ ਆ ਦੇਖੋ ਕਿ ਇੱਥੋਂ ਆਪਾਂ ਇਸ ਚੀਜ਼ ਨੂੰ ਇਦਾਂ ਲਿਖ ਸਕਦੇ ਹਾਂ ਕਿ ਇੰਟਰਸੈਕਸ਼ਨ ਲੈਮਡਾ ਗੋਜ਼ ਫਰੋਮ 1 to 10 H ਲੈਮਡਾ, ਇਹ ਵਾਲੀ ਟਰਮ ਅਤੇ ਇਹ ਵਾਲੀ ਟਰਮ ਇਹ ਸੇਮ ਹੋਣਗੀਆਂ। ਔਰ ਇੱਥੇ ਆਪਾਂ I ਪਾਇਆ, ਇੱਥੇ ਫਰਕ ਹੀ ਰੱਖਿਆ ਆਪਾਂ ਨੇ ਲੈਮਡਾ ਦਾ, ਇਹ ਲੈਮਡਾ ਪਾਇਆ ਆਪਾਂ, ਇਹ ਦੋਨੇ ਗੱਲਾਂ ਇੱਕੋ ਹੋਣਗੀਆਂ, ਫਰਕ ਕੋਈ ਨਹੀਂ ਹੈਗਾ। ਇਹ I ਕਾਹਦੇ ਵਾਸਤੇ ਯੂਜ਼ ਕਰ ਰਹੇ, ਦੱਸਣ ਵਾਸਤੇ ਬਸ ਕੱਲਾ ਕਿ I 1 ਤੋਂ ਲੈ ਕੇ 10 ਤੱਕ ਭਰਨਾ ਹੋਵੇ। ਇੱਥੇ I ਦੱਸ ਰਿਹਾ ਹੈਗਾ, ਇੱਥੇ ਲੈਮਡਾ ਦੱਸ ਰਿਹਾ, ਗੱਲ ਤਾਂ ਇੱਕੋ ਹੀ ਹੈ, ਭਰ ਲਓ। ਚਾਹੇ ਲੈਮਡਾ ਪਹਿਲਾਂ 1 ਭਰਾਂਗੇ H1 ਆਊਗਾ, ਫਿਰ 2 ਭਰਾਂਗੇ H2 ਆਊਗਾ, ਫਿਰ 3 ਭਰਾਂਗੇ H3 ਆਊਗਾ, ਫਿਰ 10 ਭਰਾਂਗੇ H10 ਆਊਗਾ, ਆਹੀ ਚੀਜ਼ ਬਣੇਗੀ। ਇਹ ਵੀ ਆਹੀ ਚੀਜ਼ ਬਣੇਗੀ ਸੇਮ। ਇਹ ਜਸਟ ਇੱਕ ਵੇਰੀਏਬਲ ਯੂਜ਼ ਕੀਤਾ ਆਪਾਂ ਸਮਝਾਉਣ ਵਾਸਤੇ ਕਿ ਇਹ ਵੇਰੀਏਬਲ ਦੀ ਵੈਲਿਊ ਆਪਾਂ 1 ਤੋਂ ਲੈ ਕੇ 10 ਤੱਕ ਮੰਨਣੀ ਹੈ। ਇੱਥੇ ਵੀ ਆਪਾਂ ਇੱਕ ਵੇਰੀਏਬਲ ਯੂਜ਼ ਕੀਤਾ I, ਇਹ ਸਮਝਾਉਣ ਵਾਸਤੇ ਕਿ ਇੱਕ ਵੇਰੀਏਬਲ ਦੀ ਵੈਲਿਊ ਆਪਾਂ I ਵੇਰੀਏਬਲ ਦੀ ਵੈਲਿਊ ਆਪਾਂ 1 ਤੋਂ ਲੈ ਕੇ 10 ਤੱਕ ਮੰਨਣੀ ਹੈ। ਮਤਲਬ ਵੇਰੀਏਬਲ ਜਿਹੜਾ ਮਰਜ਼ੀ ਹੋਵੇ ਮੈਟਰ ਨਹੀਂ ਕਰਦਾ ਹੈਗਾ, ਮਤਲਬ ਲੈਮਡਾ ਹੋਵੇ ਚਾਹੇ I ਹੋਵੇ, ਵੇਰੀਏਬਲ ਜਿਹੜਾ ਮਰਜ਼ੀ ਲੈ ਸਕਦੇ ਆਪਾਂ, ਇਹ ਮੈਟਰ ਨਹੀਂ ਕਰਦਾ। ਵੈਲਿਊਜ਼ ਮੈਟਰ ਕਰਦੇ ਆ ਕਿ ਇਹਦੀਆਂ ਵੈਲਿਊਜ਼ ਕਿੰਨੀਆਂ ਨੇ 1 ਤੋਂ ਲੈ ਕੇ 10 ਤੱਕ, ਇਹ ਵੀ 1 ਤੋਂ ਲੈ ਕੇ 10 ਤੱਕ ਵੈਲਿਊ ਨੇ, ਤਾਂ ਇਹ ਇੱਕੋ ਚੀਜ਼ ਆ, ਦੋਨੇ ਗੱਲਾਂ ਸੇਮ ਨੇ। ਇਹ ਨਿੱਕੀਆਂ ਗੱਲਾਂ ਆਪਾਂ ਨੇ ਸਮਝ ਕੇ ਧਿਆਨ ਰੱਖਣੀਆਂ ਨੇ। ਹੁਣ ਇਹਨੂੰ ਜਿਵੇਂ ਆਹ ਚੀਜ਼ ਸੀ, ਚਲੋ ਆਪਾਂ ਕਹਿਤਾ ਚਲੋ ਇੱਕੋ ਚੀਜ਼, ਕਿ ਇਹਨੂੰ ਆਪਾਂ ਇਦਾਂ ਪਾ ਸਕਦੇ ਹਾਂ ਇੰਟਰਸੈਕਸ਼ਨ ਲੈਮਡਾ ਬਿਲੋਂਗਸ ਟੂ A H ਲੈਮਡਾ ਕਰਕੇ। ਸਮਝਣ ਉੱਪਰ ਜ਼ਿਆਦਾ ਧਿਆਨ ਦੇਣਾ ਕਿ ਗੱਲ ਕੋਈ ਔਖੀ ਨਹੀਂ ਹੈਗੀ, ਸਮਝੋਗੇ ਤਾਂ ਆਪੇ ਸਮਝ ਆ ਜਾਏਗਾ ਸਾਰਾ। ਇਹਦਾ ਕੀ ਮਤਲਬ ਆ, ਇੱਥੋਂ ਕੀ ਗੱਲ ਕਲੀਅਰ ਹੋ ਰਹੀ ਹੈ ਆਪਾਂ ਨੂੰ, ਜਿਹੜਾ ਆ ਪਾਇਆ ਹੈਗਾ ਇੱਥੋਂ ਕੀ ਗੱਲ ਕਲੀਅਰ ਹੋ ਰਹੀ ਹੈ, ਇੱਥੋਂ ਕਲੀਅਰ ਹੋ ਰਿਹਾ ਆਪਾਂ ਨੂੰ ਲੈਮਡਾ 1 ਤੋਂ ਲੈ ਕੇ 10 ਤੱਕ ਭਰਨਾ। ਕਿ ਇੱਥੋਂ ਕਲੀਅਰ ਨਹੀਂ ਹੋ ਰਿਹਾ ਲੈਮਡਾ 1 ਤੋਂ ਲੈ ਕੇ 10 ਤੱਕ ਭਰਨਾ, ਇੱਥੋਂ ਵੀ ਕਲੀਅਰ ਹੋ ਰਿਹਾ। ਕਿਉਂ ਕਲੀਅਰ ਹੋ ਰਿਹਾ, ਲੈਮਡਾ A ਵਿੱਚੋਂ ਲੈਣਾ, ਤੇ A ਕੀ ਹੈਗਾ 1 ਤੋਂ ਲੈ ਕੇ 10 ਤੱਕ ਕੀ ਹੈ। ਗੱਲ ਉਹ ਹੈ ਕਿ ਗੱਲ ਘੁਮਾ ਕੇ ਪਾਤੀ, ਬਸ ਸਿੱਧੀ ਉਰੇ ਸਿੱਧੀ ਸਮਝ ਆ ਰਹੀ, 1 ਤੋਂ ਲੈ ਕੇ 10 ਤੱਕ ਲੈਣਾ ਆਪਾਂ, ਉਰੇ ਗੱਲ ਆਪਾਂ ਨੇ ਘੁਮਾ ਕੇ ਉਲਝਾ ਕੇ ਇਹ ਪਾਤੀ ਕਿ ਲੈਮਡਾ ਬਿਲੋਂਗਸ ਟੂ A। ਗੱਲ ਤਾਂ ਇੱਕੋ ਹੀ ਹੈ ਕਿ A ਜਿਹੜਾ ਹੈਗਾ 1 ਤੋਂ ਲੈ ਕੇ 10 ਤੱਕ ਹੀ ਹੈ, ਇਸ ਕਰਕੇ ਜਿਹੜਾ ਲੈਮਡਾ ਹੈਗਾ ਉਹ 1 ਤੋਂ ਲੈ ਕੇ 10 ਤੱਕ ਵੇਰੀ ਕਰੂਗਾ। ਤਾਂ ਆਪਾਂ ਨੇ ਇਹ ਤਾਂ ਇੱਥੇ ਪਹੁੰਚੇ, ਆਪਾਂ ਨੇ ਆਹ ਸਿੰਬਲ ਲੈਣਾ ਹੈਗਾ, ਆਹ ਸਿੰਬਲ ਆਪਾਂ ਯੂਜ਼ ਕਰਾਂਗੇ। ਇਹਦਾ ਫਾਇਦਾ ਕੀ ਆ, ਇਹ ਤਾਂ ਸਪੈਸੀਫਿਕ ਹੋ ਗਿਆ, ਸਪੈਸੀਫਿਕ ਮਤਲਬ ਕਿ 1 ਤੋਂ ਲੈ ਕੇ 10 ਤੱਕ ਕਨਫਰਮ ਆ। ਇਹ ਇੰਟਰਸੈਕਸ਼ਨ ਹੋ ਗਈ ਆਰਬਿਟਰੀ ਇੰਟਰਸੈਕਸ਼ਨ ਕਿਉਂ ਹੋਈ, ਇਹ ਜਿੰਨੇ ਮਰਜ਼ੀ ਆ ਸਕਦੇ, ਜਿੰਨੇ A ਵਿੱਚ ਹੋਣਗੇ ਉਹਨੇ ਇੰਟਰਸੈਕਸ਼ਨ ਬਣਨਗੇ। ਇਹ ਤਾਂ ਪੱਕਾ ਕਨਫਰਮ ਆ 10 ਨੇ। ਇਹ ਇੰਟਰਸੈਕਸ਼ਨ ਜ਼ਿਆਦਾ ਵਧੀਆ ਕਿਉਂ ਹੈਗੀ ਆ, ਕਿਉਂਕਿ ਇਹ ਸਾਰੀਆਂ ਆ ਗਈਆਂ ਚ, ਇਹਨੂੰ ਆਰਬਿਟਰੀ ਇੰਟਰਸੈਕਸ਼ਨ ਕਹਾਂਗੇ ਆਪਾਂ। ਇਹ ਆਰਬਿਟਰੀ ਕਿਉਂ ਹੈਗੀ ਆ, ਕਿਉਂਕਿ ਇਹਦੇ ਵਿੱਚ ਆਪਣੇ ਕੋਲ ਜਿੰਨੇ A ਵਿੱਚ ਹੋਣਗੇ ਐਲੀਮੈਂਟ ਉਹਨੇ ਇੰਟਰਸੈਕਸ਼ਨ ਬਣਨਗੀਆਂ। ਹੁਣ A ਵਿੱਚ ਐਲੀਮੈਂਟ ਕਿੰਨੇ ਨੇ, ਆਰਬਿਟਰੀ ਕਿੰਨੇ ਮਰਜ਼ੀ ਆ ਸਕਦੇ ਨੇ, ਇਸ ਕਰਕੇ ਇਹ ਆਰਬਿਟਰੀ ਇੰਟਰਸੈਕਸ਼ਨ ਕਹਾਂਗੇ। ਚਲੋ ਇਹ ਸਾਰਾ ਯੂਜ਼ ਕਰ ਰਹੇ ਹਾਂ ਆਪਾਂ। ਜਿਹੜੀ ਆਹ ਹੈਗੀ ਆ ਇਹ ਆਰਬਿਟਰੀ ਕਲੈਕਸ਼ਨ ਆਫ ਇਹ ਸਾਰੇ ਸਬ ਗਰੁੱਪ ਨੇ, ਇੱਕ ਤਾਂ ਕਨਸੈਪਟ ਯੂਜ਼ ਕਰਨਾ ਹੈਗਾ। ਤੇ ਇਹ ਕੀ ਹੈਗੀ ਆ, ਜਿਹੜੀ ਆਪਾਂ ਨੇ ਆਰਬਿਟਰੀ ਕਲੈਕਸ਼ਨ ਲਈ ਹੈਗੀ ਆ, ਜਿਹੜੀ ਆਪਾਂ ਨੇ ਆਰਬਿਟਰੀ ਕਲੈਕਸ਼ਨ ਲਈ ਆ ਸਬ ਗਰੁੱਪ ਦੀ, ਇਹ ਕੀ ਹੈਗਾ ਉਹਦਾ ਇੰਟਰਸੈਕਸ਼ਨ।
बस ये दो गल्लां ने, बाकी दा प्रूफ जे तुहानूं इहदा ध्यान दे विच आ दो दा किवें कीता सी उवें दा प्रूफ भी सौखा ही हो जाएगा। चलो करदे आं आपां। देखो जिहड़ा आर्बिट्रेरी कलैक्शन वाला कंसैप्ट आ ये +1 दे विच नहीं आया सीगा। एक रियल एनालिसिस बुक आ, रियल एनालिसिस बुक आ, मतलब यह टॉपिक आपां नूं सिलेबस दे विच पहला हुंदा सी, हुण नहीं हैगा। मैं है नवां टॉपिक आ पर यह पहला हुंदा सी, इस बार नहीं हैगा। आपां चलो जिन्ना हैगा आपां उन्ना कर लिया जी। तां अपने कोल की हैगा इहदे विच, इत्थों स्टार्ट कर रहे हैं थ्योरम। लेट कर लिया, लेट एच लैम्डा सच दैट लैम्डा बिलोंग्स टू ए बी एनी आर्बिट्रेरी collection of subgroups मतलब कि H1 H2 जिन्ने भी ने वो सारे सबग्रुप ने। इहदे विच की करना की अपने वी आर सबग्रुप्स ऑफ जी ने, सॉरी जी की हैगा अपने को ग्रुप। इह च करना की अपने वी आर टू प्रूव दैट we are to prove that intersection h lambda lambda belongs to a, ये arbitrary intersection होगी, intersection आ गई of arbitrary collection of subgroup, ये सारे दी intersection होगी। ये की होगा is a, ये पक्का subgroup सबग्रुप ऑफ जी होगा। यह आपां ने प्रूव करना। हुण जिवें दो वास्ते किता सी उवें करांगे, ये कन्फ्यूज होने की लोड़ नहीं हैगी जी, कोई प्रॉब्लम नहीं हैगी। इहनूं जे आपां कोई सैट मान लीए, मान लो इहनूं आपां ने कोई भी सैट मान लो के ले लिया, इहनूं के इक्वल टू मान लेना सौखे वास्ते मन्ने। हुण के जिहड़ा हैगा ये के इक्वल टू नाल पाउणा आपां ने। हुण के नूं आपां की शो करना सबग्रुप ऑफ जी। किसी सैट नूं आपां सबग्रुप ऑफ जी किवें प्रूव करना हुंदा, थर्ड डेफिनेशन आपां यूज करांगे। पहला के नूं आपां ने नॉन एम्प्टी शो करना, फिर के नूं आपां ने सबसैट ऑफ जी शो करना, ते फिर के दे विच आपां ए बी इनवर्स लैके आना फॉर ऑल ए बी बिलोंग्स टू के। यह आपां तीन गल्लां इच प्रूव करनी। तो नॉन एम्प्टी किवें करांगे, सारा कंसैप्ट उवें ही है जिवें आपां ने दो वास्ते कीता सीगा। इंटरसैक्शन दो दा इंटरसैक्शन जिहड़ा होगा पक्का सब ग्रुप होगा। ये उदां ही है सारा जी। सिंस यह गल देखो जिवें उच जे थ्योरम प्रॉपर चंगी तरह समझनी होवे जी, पहला जिहड़ा लास्ट थ्योरम दे विच आपां दो वाला पार्ट कीता हैगा वो ध्यान नाल देख लिओ, फिर तुहानूं ये थ्योरम जिहड़ी हैगी आ प्रॉपर हो चंगी तरह समझ आ जाएगी। जे लास्ट थ्योरम दे विच आपां दो वाला कीता सीगा कि दो सब ग्रुप की इंटरसैक्शन की होगी पक्का सब ग्रुप होएगी, उहदे नाल फिर आपां नूं सौखी समझ आ जाऊ किवें किवें करना। उदां ही प्रूफ हो रहा सारा। सिंस ई बिलोंग्स टू एच लैम्डा फॉर ईच लैम्डा बिलोंग्स टू ए। ये गल देखो इहदे विच की हैगा, जिन्ने भी एच लैम्डा इहदे विच आउणगे लैम्डा बिलोंग्स टू ए, उरे आपां H1 H2 H3 नहीं पा सकते बिकॉज ए बारे कुछ नहीं पता ना आपां, तो इदां ही पावांगे। इसदा मतलब की बन गया फॉर ईच लैम्डा बिलोंग्स टू ए, जिन्ने एच लैम्डा की गल कर रहे हैं, मतलब जिन्ने भी एच लैम्डा ए विच आ रहे हैं, जिन्ने भी आ रहे हैं वो सारा च ई पक्का होगा सारे विच। फॉर ईच सारे वास्ते ई पक्का होगा ਉਹਦੇ ਵਿੱਚ, मतलब ई ਜਿਹੜਾ ਹੈਗਾ ਉਹ ਹਰੇਕ सब ग्रुप ਦੇ ਵਿੱਚ ਹੋਊਗਾ। ਇਹ ਪਹਿਲਾਂ ਕੀਤਾ ਹੋਇਆ ਆਪਾਂ ਨੇ। ई ਹਰੇਕ सब ग्रुप ਦੇ ਵਿੱਚ ਕਿਉਂ ਹੁੰਦਾ, ਬਿਕੋਜ਼ सब ग्रुप खुद आप ग्रुप ਹੁੰਦਾ ਤੇ ग्रुप ਦੇ ਵਿੱਚ ਆਇਡੈਂਟੀਟੀ ਐਲੀਮੈਂਟ ਪੱਕਾ ਹੋਊਗੀ। ਇਹ ਕਿਉਂ ਆ, ਬਿਕੋਜ਼ ਜਿਹੜਾ एच लैम्डा ਹੈਗਾ ਉਹ सब ग्रुप ऑफ जी ਆ। ਇਹ ਆਪਾਂ ਨੂੰ ਗਿਵਨ ਆ। ਸਿੰਬਲ ਧਿਆਨ ਰੱਖਣਾ ਹੈ, सब ग्रुप ਲੈਸ ਦੈਨ ਇਕੁਅਲ ਟੂ ਹੁੰਦਾ, सबसैट सी पा के पाने आप सी पा के, ये गल्लां ध्यान रखनियां।
ਜੇ ਹਰੇਕ ਦੇ ਵਿੱਚ ਆ ਰਿਹਾ ਹੈਗਾ E ਤਾਂ ਇਹਦੇ ਵਿੱਚ ਕੀ ਹੋਣਗੇ, ਇਹਦਾ ਮਤਲਬ ਕੀ, ਇਹ ਇੰਟਰਸੈਕਸ਼ਨ ਆ ਸਾਰਿਆਂ ਦੀ, ਜਿੰਨੇ ਵੀ ਸਬ ਗਰੁੱਪ ਨੇ H1 H2 H3 ਜਿੰਨੇ ਵੀ ਸਬ ਗਰੁੱਪ ਨੇ ਸਾਰੇ ਇੰਟਰਸੈਕਸ਼ਨ ਆ। ਜੇ E ਸਾਰਿਆਂ ਦੇ ਵਿੱਚ ਆ ਰਿਹਾ ਹੈਗਾ ਤਾਂ E ਕਾਮਨ ਐਲੀਮੈਂਟ ਹੋ ਗਿਆ ਸਾਰਿਆਂ ਵਿੱਚ, ਤੇ ਕਾਮਨ ਐਲੀਮੈਂਟ ਕੀ ਹੋਣਗੇ, ਉਹ ਪੱਕਾ ਇੰਟਰਸੈਕਸ਼ਨ ਚ ਆਉਣਗੇ। ਕਾਮਨ ਐਲੀਮੈਂਟ ਇੰਟਰਸੈਕਸ਼ਨ ਚ ਪੱਕਾ ਆਏਗਾ। ਇਹਨੂੰ ਕੀ ਮੰਨਿਆ ਆਪਾਂ ਨੇ, K, ਤਾਂ E ਪੱਕਾ K ਚ ਆ ਗਿਆ। ਤਾਂ E ਇੱਥੋਂ ਕਹਿ ਸਕਦੇ ਕਿ ਇੱਕ ਐਲੀਮੈਂਟ ਤਾਂ ਘੱਟੋ ਘੱਟ ਪੱਕਾ ਸ਼ੋ ਕਰਤਾ ਆਪਾਂ ਨੇ ਕਿ K ਚ ਆ ਰਿਹਾ। Therefore ਜਿਹੜਾ K ਹੈਗਾ, K is non-empty। ਇੱਥੋਂ ਕਨਫਰਮ ਕਰ ਸਕਦਾ ਕਿ ਜਿਹੜਾ K ਹੈਗਾ ਉਹ ਆ ਸੈੱਟ ਇਹ non-empty ਹੋਊਗਾ। ਹੁਣ ਸੈਕਿੰਡ ਪਾਰਟ ਸ਼ੋ ਕਰਨਾ ਆਪਾਂ ਨੇ ਸਬਸੈਟ, ਆ ਸ਼ੋ ਕਰਨਾ ਸਬਸੈਟ। ਦੇਖੋ ਜੀ, ਆਲਸੋ H lambda is a subset of G ਹੋਊਗਾ for each lambda belongs to A। ਦੇਖੋ ਠੀਕ ਹੈ ਜੀ, ਇਹ ਸਾਰੇ ਸਬ ਗਰੁੱਪ ਨੇ for each ਮਤਲਬ ਕਿ ਸਾਰੇ ਸਬ ਗਰੁੱਪ ਨੇ ਜਿੰਨੇ ਆਪਾਂ A ਦੇ ਵਿੱਚ ਲਏ ਨੇ, ਇਹ ਸਬ ਗਰੁੱਪ ਲਏ ਨੇ। ਤੇ ਸਬ ਗਰੁੱਪ ਜਿਹੜਾ ਹੁੰਦਾ ਹੈ ਗਰੁੱਪ ਦਾ ਸਬਸੈਟ ਹੁੰਦਾ, ਇਹ ਸਾਰੇ ਹੀ ਸਬਸੈਟ ਹੋਣਗੇ। ਮਤਲਬ ਇਹਨਾਂ ਸਾਰਿਆਂ ਦੇ ਐਲੀਮੈਂਟ ਸਮਝਾਉਣ ਵਾਸਤੇ ਇਦਾਂ ਲੈ ਰਿਹਾ ਮੈਂ ਐਗਜ਼ਾਮਪਲ ਲੈ ਰਿਹਾ, H1 H2 H3 H4 ਚਾਰ ਮੰਨ ਲਏ, ਇਹ ਵੀ ਸਬਸੈਟ ਆਫ G ਆ, ਇਹ ਵੀ ਸਬਸੈਟ ਆਫ G ਆ, ਇਹ ਵੀ ਸਬਸੈਟ ਆਫ G ਆ, ਇਹ ਵੀ ਸਬਸੈਟ ਆਫ G ਆ। ਸਬਸੈਟ ਦਾ ਮੀਨਿੰਗ ਕਿਹਾ ਸੀ ਇਹਦੇ ਐਲੀਮੈਂਟ ਵੀ ਸਾਰੇ G ਚ ਆ ਰਹੇ ਨੇ, ਇਹਦੇ ਐਲੀਮੈਂਟ ਵੀ ਸਾਰੇ G ਚ ਆ ਰਹੇ ਨੇ, ਇਹਦੇ ਵੀ G ਚ ਆ ਰਹੇ ਨੇ, ਇਹਦੇ ਵੀ G ਚ ਆ ਰਹੇ ਨੇ। ਇਹਦੇ ਵਿੱਚ ਐਲੀਮੈਂਟ ਕਿਹੜੇ ਹੋਣਗੇ, ਇੰਟਰਸੈਕਸ਼ਨ ਜਿਹੜਾ K ਹੈਗਾ, K ਕਿਹਨੂੰ ਮੰਨਿਆ ਆਪਾਂ, ਮੰਨਿਆ ਇਹਦੇ ਵਿੱਚ ਇੰਟਰਸੈਕਸ਼ਨ ਦੇ ਐਲੀਮੈਂਟ ਕਿਹੜੇ ਹੋਣਗੇ, ਇੰਟਰਸੈਕਸ਼ਨ ਕਿਹਦਾ ਕੀਤਾ ਆਪਾਂ ਨੇ, ਇਹ ਸਾਰਾ ਦਾ ਕੀਤਾ, ਇਹ ਸਾਰਾ ਇੰਟਰਸੈਕਸ਼ਨ ਕੀਤਾ। ਜੇ ਸਾਰਿਆਂ ਦੇ ਐਲੀਮੈਂਟ G ਚ ਆ ਰਹੇ ਨੇ ਜੋ ਇਹਨਾਂ ਵਿੱਚ ਕਾਮਨ ਨੇ, ਚਾਰਾਂ ਵਿੱਚ ਕਾਮਨ ਐਲੀਮੈਂਟ ਨੇ ਇੰਟਰਸੈਕਸ਼ਨ, ਇਹਨਾਂ ਵਿੱਚ ਕਾਮਨ ਐਲੀਮੈਂਟ ਵੀ ਸਾਰੇ ਪੱਕਾ G ਚ ਹੀ ਹੋਣਗੇ। ਕਾਮਨ ਐਲੀਮੈਂਟ ਕਿਹੜਾ ਹੁੰਦਾ, ਜਿਹੜਾ ਇਹਦੇ ਵਿੱਚ ਵੀ ਹੋਵੇ, ਇਹਦੇ ਵਿੱਚ ਵੀ ਹੋਵੇ, ਇਹਦੇ ਵਿੱਚ ਵੀ ਹੋਵੇ ਤੇ ਇਹਦੇ ਵਿੱਚ ਵੀ ਹੋਵੇ, ਸਾਰਿਆਂ ਵਿੱਚ ਹੋਵੇ। ਜੇ ਸਾਰਿਆਂ ਦੇ ਵਿੱਚ ਹੈਗਾ ਉਹ ਸਾਰੇ ਐਲੀਮੈਂਟ ਤਾਂ G ਵਿੱਚ ਨੇ ਸਾਰਿਆਂ ਦੇ, ਤਾਂ ਕਾਮਨ ਐਲੀਮੈਂਟ ਪੱਕਾ ਕਿਹਦੇ ਵਿੱਚ ਹੋਣਗੇ, G ਚ ਹੋਣਗੇ ਜੀ। ਇਹ ਤਾਂ ਹੀ ਆ ਦੋ ਵਾਲਾ ਕੇਸ ਦੇਖ ਲਿਓ, ਸੌਖਾ ਸਮਝ ਆ ਜਾਊਗਾ ਨਾ, ਜਿਹੜਾ ਪਿੱਛੇ ਥਿਊਰਮ ਕੀਤੀ ਆਪਾਂ ਦੋ ਵਾਲੀ। ਤਾਂ K ਸਬਸੈਟ ਉਹ G ਵੀ ਸ਼ੋ ਹੋ ਗਿਆ, ਦੂਜੀ ਗੱਲ ਵੀ ਹੋ ਗਈ। ਹੁਣ ਕੀ ਕਰਨਾ ਆਪਾਂ ਨੇ, ਕੋਈ ਦੋ ਐਲੀਮੈਂਟ K ਚੋਂ ਮੰਨਣੇ ਆ ਤੇ AB ਇਨਵਰਸ ਆਪਾਂ ਉਹ K ਚ ਲੈ ਕੇ ਆਉਣਾ। ਸੋ ਦੇਖੋ ਜਿਵੇਂ ਦੋ ਵਾਲਾ ਕੀਤਾ ਸੀ ਉਦਾਂ ਹੀ ਹੋਊਗਾ ਸਾਰਾ। ਸੋ ਲੈਟ ਕਰ ਲਿਆ ਆਪਾਂ ਅੱਗੇ, ਲੈਟ AB belongs to K, A, B K ਚ ਲੈ ਲਿਆ। ਹੁਣ K ਕੀ ਹੈ ਜੀ, ਇੰਟਰਸੈਕਸ਼ਨ lambda belongs to A H lambda, ਇਹ K ਮਤਲਬ AB ਕੀ ਮੰਨਿਆ ਆਪਾਂ, AB belongs to ਮੰਨਿਆ ਆਪਾਂ ਨੇ ਇੰਟਰਸੈਕਸ਼ਨ lambda belongs to A H lambda। ਜੇ ਸਮਝ ਕੇ ਲਿਖੋਗੇ ਤਾਂ ਪਾਣਾ ਕੋਈ ਔਖਾ ਨਹੀਂ, ਲੱਗ ਰਿਹਾ ਹੋਣਾ ਕਿ ਇਹ ਕੀ ਪਾਈ ਜਾ ਰਹੇ, ਸਮਝ ਕੇ ਲਿਖੋਗੇ ਤਾਂ ਪ੍ਰੋਪਰ ਸਮਝ ਆਊਗਾ ਕੀ ਪਾਉਣਾ ਕਿਵੇਂ ਆ। ਹੁਣ AB ਕੀ ਚ ਮੰਨਣੇ, ਇਹ ਕੀ ਨੇ, ਇਹ ਸਾਰਿਆਂ ਦੀ ਜੋ H lambda ਨੇ ਸਾਰਿਆਂ ਦੇ ਇੰਟਰਸੈਕਸ਼ਨ ਆ। ਜੇ ਇੰਟਰਸੈਕਸ਼ਨ ਵਿੱਚ ਐਲੀਮੈਂਟ ਆ ਰਿਹਾ ਹੈਗਾ, ਇੰਟਰਸੈਕਸ਼ਨ ਐਲੀਮੈਂਟ ਕਿਹੜੇ ਆਉਣਗੇ, ਜੋ ਸਾਰਿਆਂ ਵਿੱਚ ਹੋਣਗੇ। ਤਾਂ ਇੱਥੋਂ ਕਹਿ ਸਕਦੇ ਹਾਂ ਦਿਸ ਇੰਪਲਾਈਜ਼ A, B belongs to H lambda for each lambda belongs to A। ਮਤਲਬ ਜੇ ਇੰਟਰਸੈਕਸ਼ਨ ਵਿੱਚ ਆ ਰਿਹਾ ਹੈਗਾ ਤਾਂ ਇਹ ਸਾਰਿਆਂ ਵਿੱਚ ਆਊਗਾ, ਫॉर ਈਚ ਪਾਇਆ, ਇਹ ਕੱਲੇ ਵਿੱਚ ਆਊਗਾ A ਵੀ, H1 ਚ ਵੀ ਆਊਗਾ, H2 ਚ ਵੀ ਆਊਗਾ, H3 ਚ ਵੀ, ਤਾਂ ਹੀ ਕਰਕੇ ਇੰਟਰਸੈਕਸ਼ਨ ਚ ਆਇਆ। ਹੁਣ ਇਹ ਕੀ ਆਪਣੇ ਕੋਲ, ਸਬ ਗਰੁੱਪ। ਜੇ H lambda ਸਬ ਗਰੁੱਪ ਆ ਤਾਂ ਸਬ ਗਰੁੱਪ ਦੇ ਵਿੱਚ ਕੀਤਾ ਹੋਇਆ ਕਿ AB ਇਨਵਰਸ ਪੱਕਾ H lambda ਚ ਆਊਗਾ ਫॉर ਈਚ lambda belongs to A। क्यों, क्योंकि H lambda is subgroup of G, ये G ਦਾ subgroup।
मतलब ए बी सारिਆਂ ਵਿੱਚ आ रहा तो ए बी इनवर्स भी सारिਆਂ ਚ ਆਊਗਾ। ए बी इनवर्स सारिਆਂ ਵਿੱਚ क्यों ਆਊਗਾ? बिकॉज सारे H1 H2 ਜਿਹੜੇ ਹੈਗੇ ਨੇ सब ग्रुप ने सारिਆਂ ਵਿੱਚ ਆਊਗਾ। जे ए बी इनवर्स फॉर ईच सारिਆਂ ਵਾਸਤੇ ਕੱਲੇ ਕੱਲੇ ਚ ਆ ਰਿਹਾ ਹੈਗਾ ਤਾਂ ਆਪਾਂ ਕਹਿ ਸਕਦੇ ਹਾਂ ਤਾਂ ए बी इनवर्स कॉमन एलिमेंट हो गया। जिवें आपां E वास्ते कीता सी, आइडेंटिटी वास्ते कीता सी, उवें कह सकते हैं। हुण ए बी जिहड़ा हरेक च आ रहा, ए बी इनवर्स हरेक दे विच आ रहा, जे हरेक दे विच हो गया तो ए बी इनवर्स साझा एलीमेंट हो गया, सारिਆਂ विच आ रहा। एक एलीमेंट जिहड़ा सारिਆਂ विच आ रहा होवे ਉਹਨੂੰ ਕੀ ਕਹਾਂਗੇ? ਉਹ ਪੱਕਾ ਇੰਟਰਸੈਕਸ਼ਨ ਦੇ ਵਿੱਚ ਵੀ ਆਊਗਾ। ਇਹ ਗੱਲਾਂ ਧਿਆਨ ਨਾਲ ਦੇਖ ਲਿਓ ਜੀ। ਦੁਬਾਰਾ ਦੇਖ ਲਓ ਇੰਟਰਸੈਕਸ਼ਨ ਦੀ ਕਿਵੇਂ ਕਹਿ ਰਹੇ ਹੈਗੇ। ਇੰਟਰਸੈਕਸ਼ਨ ਦੇ ਐਲੀਮੈਂਟ ਕਿਹੜੇ ਆਣਗੇ ਪਹਿਲਾਂ ਡਿਸਾਈਡ ਕਰਨਾ ਆਪਾਂ ਨੇ। ਇੰਟਰਸੈਕਸ਼ਨ ਵਿੱਚ ਉਹ ਐਲੀਮੈਂਟ ਆਣਗੇ ਸਾਰਿਆਂ ਵਿੱਚ ਹੋਣਗੇ, ਇਹ ਸਾਰਿਆਂ ਵਿੱਚ ਹੋਣ, ਇਹ ਸਾਰਿਆਂ ਵਿੱਚ ਹੀ ਆ। ਦੇਖੋ ए बी इनवर्स फॉर ईच पाए ਸਾਰਿਆਂ ਵਿੱਚ ਆ। ਜੇ ਸਾਰਿਆਂ ਵਿੱਚ ਹੈਗਾ ਤਾਂ ਇੰਟਰਸੈਕਸ਼ਨ ਪੱਕਾ ਆਊਗਾ। ਤਾਂ ਕੀ ਸ਼ੋ ਕਰਤਾ ਆਪਾਂ ਇੱਥੋਂ? ਇੱਥੋਂ ਆਪਣੇ ਸ਼ੋ ਕਰਤਾ therefore ए बी इनवर्स belongs to K for all A B belongs to K. Therefore K की होगा intersection lambda belongs to A H lambda is a subgroup of G. ਇਹ G ਦਾ subgroup ਹੋगा। ਬਸ ਥੋੜੇ ਸਿੰਬੋਲਿਕਲੀ ਪ੍ਰੋਬਲਮ ਆ, ਸਿੰਬਲ ਜੇ ਸਮਝ ਕਰੋਗੇ ਤਾਂ ਸਾਰਾ ਕੰਮ ਸੌਖਾ ਹੀ ਹੈ ਜੀ। ਸੋ ਇਹ ਥਿਊਰਮਾਂ ਕਰਨੇ ਸੀ ਆਪਾਂ ਅੱਜ। ਇਹ ਥਿਊਰਮਾਂ ਰਿਗਾਰਡਿੰਗ ਤੁਹਾਨੂੰ ਕੋਈ ਪ੍ਰੋਬਲਮ ਹੋਏ ਤਾਂ ਤੁਸੀਂ ਕਮੈਂਟ ਕਰ ਸਕਦੇ ਹੈਗੇ ਵੀਡੀਓ ਨੀਚੇ, ਜਾਂ ਜਿਹੜੇ WhatsApp ਗਰੁੱਪ ਆਪਣੇ ਬਣੇ ਹੋਏ ਹੈਗੇ ਨੇ ਤੁਸੀਂ ਉਹ 'ਚ ਪ੍ਰੋਬਲਮ ਪੁੱਛ ਸਕਦੇ ਹੈਗੇ। ਥੈਂਕ ਯੂ।